आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋਹਰਾ ਮੱਖਣ ਕਰ ਇਸ਼ਨਾਨ ਕੋ ਦਰਸ਼ਨ ਪਰਸਨ ਕੀਨ ਪੁੰਨ ਕਰਾਏ ਅਰਦਾਸ ਕੋ ਚਲਿਓ ਸਤਮਤੀ ਪਰਬੀਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਕਥਾ ਸਰਵਣ ਕੀਤੀ ਹੈ। ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਤੋਂ ਵੱਲੇ ਪਿੰਡ ਆ ਗਏ ਤੇ ਮਸੰਦਾਂ ਨੇ ਆ ਕੇ ਮਹਾਰਾਜ ਤੋਂ ਮੱਖਣ ਸ਼ਾਹ ਤੋਂ ਡਰਦਿਆਂ ਹੋਇਆਂ, ਗੁਰੂ ਦਾ ਭੈ ਤਾਂ ਉਹਨਾਂ ਦੇ ਮਨ ਵਿੱਚ ਨਹੀਂ ਸੀ, ਕਿਉਂਕਿ ਬੁੱਧੀ ਦੇ ਉੱਤੇ ਮਾਇਆ ਦਾ ਪਰਦਾ ਪਿਆ ਹੋਇਆ ਸੀ। ਪਰ ਮੱਖਣ ਸ਼ਾਹ ਤੋਂ ਡਰਦਿਆਂ ਮਾਰਿਆਂ ਆ ਕੇ ਸਤਿਗੁਰਾਂ ਕੋਲੋਂ ਬਹਾਨੇ ਕਰਕੇ ਕਿ ਮਹਾਰਾਜ ਇੱਥੇ 6ਵੇਂ ਪਾਤਸ਼ਾਹ ਦਾ ਜੰਗ ਹੋਇਆ ਸੀ, ਉਸ ਤੋਂ ਬਾਅਦ ਸਰਕਾਰ ਬੜੀ ਤੰਗ ਕਰਦੀ ਹੈ, ਨਿਗਾਹ ਰੱਖਦੀ ਹੈ ਸ੍ਰੀ ਦਰਬਾਰ ਸਾਹਿਬ 'ਤੇ ਕਿ ਗੁਰੂ ਨਾ ਇੱਥੇ ਆ ਜਾਣ। ਤੋ ਇਸ ਕਰਕੇ ਮਹਾਰਾਜ ਅਸੀਂ ਦਰਵਾਜ਼ੇ ਬੰਦ ਕੀਤੇ ਹਨ, ਗੁਰੂ ਘਰ ਤੁਹਾਡਾ ਹੀ ਹੈ, ਮਾਲਕ ਤੁਸੀਂ ਹੋ। ਉਰਲੀਆਂ ਪਰਲੀਆਂ ਗੱਲਾਂ ਸੁਣ ਕੇ ਸਤਿਗੁਰੂ ਕਹਿੰਦੇ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨ ਕੀ ਅੰਤਰ ਜਰੀਏ। ਮਹਾਰਾਜ ਕਹਿੰਦੇ ਤੁਸੀਂ ਗੁਰੂ ਰਾਮਦਾਸ ਦੇ ਦਰਬਾਰ ਦੇ ਸੇਵਾਦਾਰ ਕੁਹਾਣ ਦੇ, ਮਸੰਦ ਕੁਹਾਣ ਦੇ ਹੱਕਦਾਰ ਨਹੀਂ ਹੋ। ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹੋ ਤੇ ਲੋਭੀ ਲਾਲਚੀ ਬਣ ਚੁੱਕੇ ਹੋ। ਤੁਹਾਡਾ ਤੇ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਗੁਰੂ ਹਿਸਾਬ ਕਰੇਗਾ। ਐਸਾ ਬਚਨ ਕੀਤਾ। ਫਿਰ ਮਾਈਆਂ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ, ਸ੍ਰੀ ਅੰਮ੍ਰਿਤਸਰ ਦੀਆਂ ਇਕੱਠੀਆਂ ਹੋ ਕੇ ਦੁੱਧ ਦਹੀਂ ਮੱਖਣ ਪ੍ਰਸ਼ਾਦੇ ਲੈ ਕੇ ਉੱਥੇ ਪਹੁੰਚੀਆਂ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਸਾਨੂੰ ਬਖਸ਼ੋ ਤੇ ਆਹ ਪ੍ਰਸ਼ਾਦਾ ਛਕੋ। ਤੇ ਉਸ ਵੇਲੇ ਮਹਾਰਾਜ ਨੇ ਮਾਈਆਂ ਨੂੰ ਵਰ ਦੇ ਦਿੱਤਾ, ਮਾਈਆਂ ਰੱਬ ਰਜਾਈਆਂ। ਇਹ ਵਰ ਵੀ ਮਾਤਾ ਨੂੰ, ਮਾਈਆਂ ਨੂੰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ। ਅਜੇ ਵੀ ਗੁਰੂ ਦੀ ਕਿਰਪਾ ਹੈ, ਜਦੋਂ ਮਾਤਾਵਾਂ ਭੈਣਾਂ ਗੁਰਦੁਆਰਿਆਂ ਵਿੱਚ ਸੇਵਾ ਕਰਦੀਆਂ ਭਾਵਨਾ ਸ਼ਰਧਾ ਦੇ ਨਾਲ, ਤਾਂ ਉਹਨਾਂ ਦੇ ਘਰਾਂ ਵਿੱਚ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਬੱਚਿਆਂ ਨੂੰ ਸਿੱਖੀ ਦੀ ਦਾਤ ਮਿਲਦੀ ਹੈ। ਹਰ ਕੌਮ ਦੇ ਵਿੱਚ ਮਾਤਾਵਾਂ ਭੈਣਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਪਰ ਖਾਲਸਾ ਪੰਥ ਵਿੱਚ ਤਾਂ ਵਿਸ਼ੇਸ਼ ਕਰਕੇ ਹੀ ਹੈ ਕਿ ਮਾਤਾਵਾਂ ਭੈਣਾਂ ਲੰਗਰ ਦੀ ਸੇਵਾ ਸੰਭਾਲ ਲੈਂਦੀਆਂ, ਹੋਰ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਦੱਸਦੀਆਂ ਤੇ ਸਿੱਖੀ ਦਾ ਬੂਟਾ ਹਰਾ ਭਰਾ ਰਹਿੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੋਂ ਫਿਰ ਅੱਗੇ ਚਾਲਾ ਪਾਇਆ, ਉਹ ਕਥਾ ਸਰਵਣ ਕਰੀਏ। ਮੱਖਣ ਸ਼ਾਹ ਸ੍ਰੀ ਅੰਮ੍ਰਿਤਸਰ ਪਿੱਛੇ ਰਹਿ ਗਿਆ ਸੀ, ਉਹ ਵੀ ਇਸ਼ਨਾਨ ਕਰਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਕੋਲ ਆ ਗਿਆ। ਉਸ ਤੋਂ ਅੱਗੇ ਪ੍ਰਸੰਗ ਪਿਆਰ ਨਾਲ ਸਰਵਣ ਕਰੋ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੱਖਣ ਕਰ ਇਸ਼ਨਾਨ ਕੋ, ਮੱਖਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਅੰਮ੍ਰਿਤਸਰ ਦੇ ਇਸ਼ਨਾਨ ਕਰਕੇ ਦਰਸ਼ਨ ਪਰਸਨ ਕੀਨ ਗੁਰੂ ਦਰਬਾਰ ਦੇ ਦਰਸ਼ਨ ਪਰਸ਼ਨ ਕੀਤੇ ਹਨ। ਪੁੰਨ ਕਰਾਏ ਅਰਦਾਸ ਕੋ, ਫਿਰ ਮਹਾਰਾਜ ਦੇ ਦਰਬਾਰ 'ਚ ਅਰਦਾਸ ਵੀ ਕਰਾਈ ਹੈ ਆਪਣੀ। ਚਲਿਓ ਸਤਮਤੀ ਪਰਬੀਨ। ਔਰ ਗੁਰੂ ਕਾ ਪਿਆਰਾ ਭਾਈ ਮੱਖਣ ਸ਼ਾਹ ਵਾਪਸ ਚੱਲ ਪਿਆ ਹੈ। ਚੌਪਈ ਸ੍ਰੀ ਗੁਰੂ ਤੇਗ ਬਹਾਦਰ ਜਿਤ ਕੋ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੱਲੇ ਪਿੰਡ 'ਚ ਬੈਠੇ ਹਨ, ਗਮਨੇ ਹੋਤੇ ਚਲਿਓ ਤਬ ਤਿਤ ਕੋ, ਉਧਰ ਨੂੰ ਮੂੰਹ ਕਰਕੇ ਮੱਖਣ ਸ਼ਾਹ ਆ ਗਿਆ ਹੈ। ਅਦਿਕ ਪ੍ਰਸੰਨ ਹੋਏ ਤਿਸ ਛਿਨ ਮੈਂ, ਬੜਾ ਪ੍ਰਸੰਨ ਹੋ ਕੇ, ਖੁਸ਼ ਹੋ ਕੇ, ਮਹਿਮਾ ਸਤਿਗੁਰ ਕੀ ਲਖ ਮਨ ਮੈਂ, ਗੁਰੂ ਦੀ ਮਹਿਮਾ ਜਾਣ ਕੇ ਸਹਿਨਸ਼ੀਲ ਜਿਨ ਕੇ ਨ ਸਮਾਨਾ। ਕਹਿਣ ਲੱਗਾ, ਮਨ ਵਿੱਚ ਸੋਚਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਸਹਿਨਸ਼ੀਲਤਾ ਵਾਲਾ ਕੋਈ ਨਹੀਂ ਲੱਭਣਾ। ਇੰਨੀ ਧੀਰਜ, ਇੰਨਾ ਸੁਭਾਅ ਠੰਡਾ ਬਹੁਤ ਮੁਸ਼ਕਲ ਹੈ। ਹਰ ਬੰਦੇ ਨੂੰ ਕਿਸੇ ਨਾ ਕਿਸੇ ਗੱਲ 'ਤੇ ਗੁੱਸਾ ਆ ਹੀ ਜਾਂਦਾ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦੇਖੋ ਮਸੰਦਾਂ 'ਤੇ ਕੋਈ ਗੁੱਸਾ ਨਹੀਂ ਕੀਤਾ, ਕੋਈ ਮਸੰਦਾਂ ਨੂੰ ਸਜ਼ਾ ਨਹੀਂ ਦਿੱਤੀ। ਸਰਬ ਸ਼ਕਤ ਧਰ ਸ਼੍ਰੀ ਭਗਵਾਨਾ, ਔਰ ਸਾਰੀ ਸ਼ਕਤੀ ਦੇ ਹੁੰਦਿਆਂ, ਪਾਵਰ ਦੇ ਹੁੰਦਿਆਂ, ਤਾਣ ਤਾਕਤ ਦੇ ਹੁੰਦਿਆਂ ਵੀ ਦੁਸ਼ਟਾਂ ਨੂੰ ਮਾਫ ਕਰ ਦਿੱਤਾ ਹੈ। ਮਗ ਮਹਿ ਇਮਠਾਨਤ ਵਡਿਆਈ, ਰਸਤੇ ਦੇ ਵਿੱਚ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਸਤਿਗੁਰਾਂ ਦੀ ਵਡਿਆਈ ਕਰਦਾ ਹੋਇਆ ਆ ਰਿਹਾ ਹੈ। ਪਹੁੰਚੋ ਗ੍ਰਾਮ ਗੁਰੂ ਜਸ ਥਾਈ, ਔਰ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਰਾਜ ਸਾਹਿਬ ਸ੍ਰੀ ਗੁਰੂ
ਤੇਗ ਬਹਾਦਰ ਸਾਹਿਬ ਵੱਲੇ ਪਿੰਡ ਵੱਲਾ ਵੇਰਕਾ ਸਾਧ ਸੰਗਤ ਜੀ ਅੰਮ੍ਰਿਤਸਰ ਦੇ ਲਾਗੇ ਹੀ ਹੈ। 3 ਮੀਲ ਪੈ ਜਾਂਦਾ ਹੈ, ਉੱਥੇ ਆ ਗਿਆ ਹੈ। ਪਹਿਰ ਗ੍ਰਾਮ ਤੇ ਕੀਨਸ ਡੇਰਾ। ਪਿੰਡ ਤੋਂ ਬਾਹਰ ਮਹਾਰਾਜ ਨੇ ਡੇਰਾ ਕੀਤਾ ਹੋਇਆ ਸੀ। ਬਸਤ ਸੰਭਾਰ ਧਰੀ ਤਸਬੇਰਾ। ਉੱਥੇ ਮੱਖਣ ਸ਼ਾਹ ਨੇ ਵੀ ਆ ਡੇਰਾ ਕੀਤਾ ਤੇ ਆਪਣੀਆਂ ਵਸਤੂਆਂ ਸਾਜੋ ਸਮਾਨ ਸੰਭਾਲ ਕੇ ਗੱਡੇ ਰੇੜੇ ਲਾ ਦਿੱਤੇ, ਘੋੜੇ ਬੰਨ੍ਹ ਦਿੱਤੇ ਹਨ। ਸਰਬ ਭਾਂਤ ਤੇ ਕਰਤ ਕਰਾਈ। ਹਰ ਤਰ੍ਹਾਂ ਨਾਲ ਤਕੜਾਈ ਕਰਕੇ, ਕਿਉਂਕਿ ਫੌਜੀ ਜੀਵਨ ਸੀ, ਮੱਖਣ ਸ਼ਾਹ ਦਾ ਸ਼ਾਹੂਕਾਰਾ ਸੀ ਬਹੁਤ ਵੱਡਾ, ਇਸ ਕਰਕੇ ਪੂਰੀ ਫੁਰਤੀ ਨਾਲ, ਬੜੀ ਸਫਾਈ ਨਾਲ ਤੇ ਬੜੀ ਤਕੜਾਈ ਨਾਲ ਡੇਰਾ ਕੀਤਾ ਹੈ। ਮਦਰ ਦੇਸ਼ ਜਰ ਨਰ ਜਾਨ ਖਟਾਈ। ਕਿਉਂਕਿ ਮਾਝੇ ਦੇ ਲੋਕ ਬੜੇ ਤੇਜ਼ ਹੁੰਦੇ ਨੇ, ਇਹ ਲੁੱਟਮਾਰ ਵੀ ਕਰ ਲੈਂਦੇ ਆ, ਕਿਉਂਕਿ ਮਾਝੇ ਦੇਸ਼ ਦੇ ਵਿੱਚ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਅਵਤਾਰ ਧਾਰਿਆ ਤੇ ਮਾਝੇ ਦੇਸ਼ ਦੇ ਵਿੱਚ, ਕਿਉਂਕਿ ਤੁਰਕਾਂ ਮੁਗਲਾਂ ਦੇ ਨਾਲ ਸਿੰਘਾਂ ਦੇ ਜੰਗ ਵੀ ਚੱਲਦੇ ਰਹੇ ਪੁਰਾਣੇ ਸਮਿਆਂ ਤੋਂ। ਜਦੋਂ ਵੀ ਕਾਬਲ ਵੱਲੋਂ ਕੋਈ ਆਉਂਦਾ ਸੀ, ਮਾਝੇ ਦੇਸ਼ ਵਿੱਚ ਹੀ ਲੜਾਈ ਹੁੰਦੀ ਸੀ। ਇਸ ਕਰਕੇ ਮਾਝੇ ਦੇ ਲੋਕ ਬੜੇ ਫੁਰਤੀਲੇ ਹਨ ਤੇ ਇਹਨਾਂ ਤੋਂ ਥੋੜ੍ਹਾ ਬਚਾਅ ਵੀ ਕਰਨਾ ਪੈਂਦਾ ਹੈ। ਇਹ ਸੋਚ ਕੇ ਭਾਈ ਮੱਖਣ ਸ਼ਾਹ ਨੇ ਆਪਣੇ ਘੋੜਿਆਂ ਦਾ, ਆਪਣੇ ਮਾਲ ਡੰਗਰ ਦਾ ਖਿਆਲ ਰੱਖਿਆ ਹੈ। ਮਿਲਿਆ ਗੁਰੂ ਸਗ ਬੰਧਨ ਧਾਰਾ। ਤੇ ਗੁਰੂ ਸਾਹਿਬ ਨੂੰ ਮਿਲਿਆ ਹੈ। ਮਸੰਦਾਂ ਦੀ ਖੁਦਾਈ ਵੀ ਦੇਖ ਲਈ ਹੈ ਵੀ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਕੀ ਵਰਤਾਰਾ ਕੀਤਾ, ਸਲੂਕ ਕੀਤਾ, ਉਹ ਵੀ ਭਾਈ ਮੱਖਣ ਸ਼ਾਹ ਦੇਖ ਕੇ ਬੜਾ ਹੈਰਾਨ ਹੋਇਆ। ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕਦਾ ਹੈ। ਸਭ ਪ੍ਰਸੰਗ ਪਾ ਤਥਾ ਉਚਾਰਾ। ਔਰ ਸਤਿਗੁਰੂ ਜੀ ਦੇ ਚਰਨਾਂ 'ਚ ਸਾਰੀ ਗੱਲ ਵੀ ਜਿਵੇਂ ਜਿਵੇਂ ਮਸੰਦਾਂ ਨਾਲ ਹੋਈ ਸੀ ਉਹ ਦੱਸੀ ਹੈ। ਲੋਭ ਮਸੰਦਨ ਕੋ ਧਨ ਕੇਰੇ। ਇਹ ਸਤਿਗੁਰੂ ਜੀ ਇਹ ਜਿਹੜੇ ਮਸੰਦ ਹਨ ਬੜੇ ਹੀ ਲਾਲਚੀ ਹਨ, ਬਹੁਤ ਹੀ ਮਾਇਆ ਦਾ ਇਹਨਾਂ ਨੂੰ ਲੋਭ ਹੈ। ਤੁਹਾਡੇ ਵਾਸਤੇ ਤਾਂ ਦਰਬਾਰ ਸਾਹਿਬ ਦਾ ਬੂਹਾ ਬੰਦ ਕਰ ਗਏ, ਪਰ ਮੇਰੇ ਵਾਸਤੇ ਖੋਲ੍ਹ ਦਿੱਤਾ ਫਟਾਫਟ। ਮੇਰੀ ਅਰਦਾਸ ਵੀ ਕਰਤੀ, ਮੇਰੇ ਭੇਟਾਵਾਂ ਕੜਾਹ ਪ੍ਰਸ਼ਾਦ ਵੀ ਪ੍ਰਵਾਨ ਕਰ ਲਿਆ ਤੇ ਮੈਨੂੰ ਸਰੋਪੇ ਵੀ ਦਿੱਤੇ, ਕਿਉਂਕਿ ਉਹਨਾਂ ਨੂੰ ਇਹ ਸੀ ਵੀ ਮੱਖਣ ਸ਼ਾਹ ਭੇਟਾ ਚੜਾਵੇਗਾ। ਹੋਰ ਵੀ ਸੰਗਤਾਂ ਆਈਆਂ, ਜਿੰਨਾ ਚੜਾਵਾ ਉਹ ਸਾਰਾ ਹੀ ਚੁੱਕ ਕੇ ਘਰਾਂ ਨੂੰ ਲੈ ਜਾਂਦੇ ਹਨ ਮਸੰਦ। ਬੇਮੁਖ ਪਏ ਕਪਾਟ ਸੋ ਭੇਰੇ। ਮਹਾਰਾਜ ਮਸੰਦ ਬੇਮੁਖ ਹੋ ਗਏ ਨੇ, ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਲਾਤੇ ਆਪ ਜੀ ਦੇ ਆਇਆਂ। ਅਜਹ ਨ ਸ਼ਰਧਾ ਜਿਨ ਕੇ ਭਈ। ਪਰ ਅਜੇ ਤੱਕ ਇਹਨਾਂ ਦੇ ਮਨ 'ਚ ਤੁਹਾਡੇ ਪ੍ਰਤੀ ਸ਼ਰਧਾ ਨਹੀਂ ਹੈ। ਮੇਰੇ ਤੋਂ ਡਰਦੇ ਹੋਏ, ਡੰਡੇ ਤੋਂ ਡਰਦੇ ਮਾਰੇ ਭਾਵੇਂ ਹੱਥ ਜੋੜੀ ਜਾਣ, ਪਰ ਅੰਦਰੋਂ ਤਾਂ ਇਹ ਨਾਸਤਕ ਹੋ ਚੁੱਕੇ ਹਨ। ਗੁਰੂ ਘਰ ਦੀ ਪੂਜਾ ਖਾ ਕੇ ਗੁਰੂ ਘਰ ਤੇ ਪਿਆਰ ਵਿਸ਼ਵਾਸ ਨਹੀਂ ਰਿਹਾ ਇਹਨਾਂ ਦਾ। ਕੌਣ ਗੁਰੂ ਪਾਰਖ ਨਹਿ ਆਈ। ਤਾਂ ਸੱਚੇ ਪਾਤਸ਼ਾਹ ਮਹਾਰਾਜ ਦੀ ਪਰਖ ਹੀ ਨਹੀਂ ਆਈ ਇਹਨਾਂ ਨੂੰ ਵੀ ਕੌਣ ਗੁਰੂ ਹੈ, ਜੋਤ ਕਿੱਥੇ ਬਿਰਾਜਮਾਨ ਹੈ। ਹੁਣ ਗੁਰੂ ਦਰਬਾਰ ਦੇ ਪੁਜਾਰੀ ਤੇ ਮਹਾਰਾਜ ਤੁਹਾਡੀ ਜੋਤ ਨੂੰ ਪਛਾਣ ਨਾ ਸਕਣ, ਇਹ ਬੜੀ ਵੱਡੀ ਦੁਖਦਾਈ ਗੱਲ ਹੈ। ਮੈਂ ਤਰ ਜਨ ਕਰ ਸੋ ਜਸ ਉਚਾਰਾ। ਮਹਾਰਾਜ ਜਦੋਂ ਮੈਂ ਮਾਇਆ ਭੇਟਾ ਕੀਤੀ ਤੇ ਜਸ ਕੀਤਾ ਆਪ ਜੀ ਦਾ, ਤਬ ਮਿਲ ਬੇਹਿਤ ਇਤ ਪਗ ਧਾਰਾ। ਆਪ ਜੀ ਦੀ ਵਡਿਆਈ ਦੱਸੀ ਤੇ ਫੇਰ ਡਰ ਗਏ ਤੇ ਫਿਰ ਤੁਹਾਨੂੰ ਮਿਲਣ ਲਈ ਆਏ ਸਨ। ਧਨ ਹਿਤ ਗੁਰੂ ਸਥਾਨ ਸੰਭਾਰੇ। ਇਹਨਾਂ ਨੇ ਮਹਾਰਾਜ ਗੁਰਦੁਆਰਿਆਂ ਤੇ ਕਬਜ਼ਾ ਪੈਸੇ ਵਾਸਤੇ ਕੀਤਾ ਹੋਇਆ। ਇਹਨਾਂ ਨੂੰ ਗੁਰੂ ਘਰ ਨਾਲ ਕੋਈ ਪ੍ਰੇਮ ਨਹੀਂ, ਗੁਰੂ ਤੇ ਕੋਈ ਵਿਸ਼ਵਾਸ ਨਹੀਂ, ਬਸ ਗੁਰੂ ਘਰ ਦਾ ਚੜਾਵਾ, ਗੁਰੂ ਘਰ ਦੀ ਮਾਇਆ ਦਿਸਦੀ ਹੈ। ਦੋਵਾਂ ਹੱਥਾਂ ਨਾਲ ਲੁੱਟੀ ਜਾਂਦੇ ਹਨ। ਲੋਭ ਹਿਰਦੇ ਢਹਕਾਏ ਉਦਾਰੇ। ਇਹਨਾਂ ਦੇ ਮਨ ਮਾਇਆ ਦੇ ਮੋਹੇ ਹੋਏ ਨੇ, ਮਾਇਆ ਦਾ ਲਾਲਚ ਇਹਨਾਂ ਦੇ ਹਿਰਦੇ ਨੂੰ ਡਹਕਾ ਰਿਹਾ ਹੈ। ਜੇਕਰ ਇਨਹੋ ਸਜਾਏ ਨਾ ਬਨੇ। ਇਹ ਸਤਿਗੁਰੂ ਜੀ ਜੇ ਇਹਨਾਂ ਨੂੰ ਸਜ਼ਾ ਨਾ ਮਿਲੀ, ਇਹਨਾਂ ਮਸੰਦਾਂ ਨੂੰ ਕਿਸੇ ਨੇ ਸੋਧਾ ਨਾ ਲਾਇਆ, ਕਰ ਹੰਕਾਰ ਅਫਰ ਹੈ ਕਨੇ। ਇਹ ਹੋਰ ਹੰਕਾਰੀ ਹੋ ਜਾਣਗੇ, ਹੋਰ ਆਫਰ ਜਾਣਗੇ, ਗੁਰੂ ਘਰਾਂ ਦੀ ਹੋਰ ਬੇਅਦਬੀ ਨਰਾਦਰੀ ਕਰਨਗੇ। ਤੁਮ ਤੇ ਸ਼ੰਕਤ ਮੈਂ ਅਬ ਰਹਿਓ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਮੈਂ ਤਾਂ ਸਿਰਫ ਆਪ ਜੀ ਤੋਂ ਸ਼ੰਕਾ ਕਰਦਾ ਰਿਹਾ, ਨਹੀਂ ਤਾਂ ਮੈਂ ਇਹਨਾਂ ਨੂੰ ਸਿੱਧਿਆਂ ਕਰ ਦੇਣਾ ਸੀਗਾ। ਤੁਹਾਡੇ ਤੋਂ ਡਰਦਾ ਮਾਰਾ ਮੈਂ ਇਹਨਾਂ ਨੂੰ ਕੁਛ ਨਹੀਂ ਕਿਹਾ, ਕਿਉਂਕਿ ਆਪ ਜੀ ਕਹਿੰਦੇ ਵੀ ਇਹਨਾਂ ਦੇ ਉੱਤੇ ਆਪਾਂ ਹੱਥ ਨਹੀਂ ਚੁੱਕਣਾ, ਇਹਨਾਂ ਨੂੰ ਕੁਛ ਨਹੀਂ ਕਹਿਣਾ। ਤੇ ਮਹਾਰਾਜ ਮੈਂ ਆਪ ਜੀ ਦੇ ਭੈ ਵਿੱਚ ਆ ਕੇ ਇਹਨਾਂ ਮਸੰਦਾਂ ਉੱਤੇ ਹੱਥ ਨਹੀਂ ਚੁੱਕਿਆ। ਤਰਾਸ ਦੇਨ ਕੋ ਨਹਿ ਕੁਛ ਕਹਿਓ। ਮੈਂ ਇਹਨਾਂ ਨੂੰ ਡਰਾਇਆ ਵੀ ਨਹੀਂ, ਸਮਝਾਇਆ ਜ਼ਰੂਰ ਹੈ ਵੀ ਸਤਿਗੁਰੂ ਮਹਾਰਾਜ ਦਾ ਸਤਿਕਾਰ ਕਰੋ। ਗੁਰੂ ਸਾਹਿਬ ਆਏ ਨੇ, ਤੁਸੀਂ ਦਰਵਾਜ਼ੇ ਕਿਉਂ ਬੰਦ ਕੀਤੇ ਹਰਿਮੰਦਰ ਸਾਹਿਬ ਦੇ?
ਪਰ ਅੱਗੋਂ ਫਿਰ ਇਹਨਾਂ ਨੂੰ ਕੋਈ ਗੱਲ ਨਹੀਂ ਆਈ ਤੇ ਮਹਾਰਾਜ ਤੁਹਾਡੇ ਕੋਲ ਆ ਕੇ ਉੱਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਚਲੇ ਗਏ ਨੇ। ਸੁਨ ਸ੍ਰੀ ਤੇਗ ਬਹਾਦਰ ਸੁਆਮੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਾਬੇ ਮੱਖਣ ਸ਼ਾਹ ਦੀ ਗੱਲ ਸੁਣ ਕੇ ਬੋਲੇ ਜਾਨ ਮਸੰਦਨ ਖਾਮੀ। ਮਸੰਦਾਂ ਦੀ ਖੋਟ ਜਾਣ ਕੇ ਬੋਲੇ ਹਨ। ਇਨਹੁ ਸਜਾਏ ਦੇਨ ਕੋ ਭਾਰੀ। ਮਹਾਰਾਜ ਕਹਿੰਦੇ ਦੇਖੋ ਭਾਈ ਮੱਖਣ ਸ਼ਾਹ ਜੀ, ਹਰ ਕੰਮ ਦਾ ਕੋਈ ਨਾ ਕੋਈ ਸਮਾਂ ਹੁੰਦਾ, ਟਾਈਮ ਹੁੰਦਾ। ਇਹਨਾਂ ਨੂੰ ਭਾਰੀ ਸਜ਼ਾ ਦੇਣ ਵਾਸਤੇ ਉਪਜਹ ਗੋ ਇੱਕ ਪੁਰਖ ਅਗਾਰੀ। ਆਉਣ ਵਾਲੇ ਸਮੇਂ 'ਚ ਇੱਕ ਮਹਾਂਪੁਰਸ਼ ਬਲੀ ਪੁਰਸ਼ ਪੈਦਾ ਹੋਵੇਗਾ। ਇੱਕ ਬੜਾ ਤੇਜਸਵੀ ਸੂਰਬੀਰ ਯੋਧਾ ਅਵਤਾਰੀ ਪੁਰਸ਼ ਆਵੇਗਾ, ਜਿਹੜਾ ਇਹਨਾਂ ਮਸੰਦਾਂ ਦੀਆਂ ਜੜ੍ਹਾਂ ਪੁੱਟੇਗਾ। ਯਾਨੀ 10ਵੇਂ ਪਾਤਸ਼ਾਹ ਵੱਲ ਇਸ਼ਾਰਾ ਹੈ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਉਣਗੇ, ਉਹ ਇਹਨਾਂ ਨੂੰ ਸਲੋਤਰ ਫੇਰਨਗੇ, ਤਾਂ ਇਹ ਬਾਜ ਆਉਣਗੇ ਕਰਤੂਤਾਂ ਤੋਂ। ਤਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹਨਾਂ ਮਸੰਦਾਂ ਦੀ ਜੜ ਅਜੇ ਤਾਂ ਬੜੀ ਡੂੰਘੀ ਹੈ, ਪਰ ਜਦੋਂ 10ਵੇਂ ਪਾਤਸ਼ਾਹ ਆਉਣਗੇ ਉਹ ਪੁੱਟ ਦੇਣਗੇ। ਕਰਹ ਤਾੜਨਾ ਪ੍ਰਾਨਨ ਹਨ ਹੈ। ਉਹ ਇਹਨਾਂ ਨੂੰ ਤਾੜਨਾ ਕਰਨਗੇ, ਜਿਹੋ ਜਿਹੀ ਇਹਨਾਂ ਦੀ ਕਰਤੂਤਾਂ ਹੋਣਗੀਆਂ ਉਹੋ ਜਿਹੀ ਇਹਨਾਂ ਨੂੰ ਸਜ਼ਾ ਦੇਣਗੇ, ਪ੍ਰਾਣ ਅੰਤ ਤੱਕ ਸਜ਼ਾ ਦੇਣਗੇ ਇਹਨਾਂ ਨੂੰ। ਜਰਾਂ ਉਖਾਰਹ ਕੋਇਕ ਮਨ ਹੈ। ਇਹਨਾਂ ਦੀਆਂ ਜੜ੍ਹਾਂ ਪੁੱਟਣਗੇ। ਕੁਛ ਕੁ ਬੰਦੇ ਇਹਨਾਂ ਵਿੱਚੋਂ ਸਾਬਤ ਰਹਿਣਗੇ ਚੰਗੇ, ਬਾਕੀ ਸਾਰੇ ਝੜ ਜਾਣਗੇ। ਕਰਿਓ ਕ੍ਰਿਤ ਕੋ ਤਬ ਫਲ ਪਾਵੈ। ਆ ਜਿਹੜੀਆਂ ਕਰਤੂਤਾਂ ਮਸੰਦ ਹੁਣ ਕਰ ਰਹੇ ਨੇ, ਗੁਰੂ ਮਹਾਰਾਜ ਗੁਰੂ ਰਾਮਦਾਸ ਦੇ ਦਰਬਾਰ ਦੀਆਂ ਤੇ ਚਾਬੀਆਂ ਆਪਣੀ ਜੇਬ 'ਚ ਪਾਈ ਫਿਰਦੇ ਨੇ, ਹਰਿਮੰਦਰ ਸਾਹਿਬ ਨੂੰ ਤਾਲੇ ਲਾ ਰਹੇ ਨੇ, ਇਹਨਾਂ ਦਾ ਫਲ ਫੇਰ ਉਦੋਂ ਮਿਲੇਗਾ ਇਹਨਾਂ ਨੂੰ। ਗੁਰਸਿੱਖ ਆਪਣੇ ਮੁਖ ਨਹਿ ਲਾਵੈ। ਗੁਰੂ ਕੇ ਸਿੱਖ ਇਹਨਾਂ ਨੂੰ ਆਪਣੇ ਮੱਥੇ ਨਹੀਂ ਲਾਣਗੇ, ਗੁਰਸਿੱਖ ਇਹਨਾਂ ਦਾ ਮੂੰਹ ਨਹੀਂ ਵੇਖਣਗੇ। ਇਹੋ ਜਿਹਾ ਸਮਾਂ ਆਵੇਗਾ ਵੀ ਮਸੰਦਾਂ ਨੂੰ ਮੂੰਹ ਛੁਪਾਉਣਾ ਔਖਾ ਹੋ ਜਾਏਗਾ। ਇਮ ਕਹਿ ਸਤਿਗੁਰ ਸੁਖਪਤ ਧਾਰੀ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਰਾਤ ਨੂੰ ਆਪਣੇ ਆਸਣ ਤੇ ਬਿਰਾਜਮਾਨ ਹੋ ਗਏ। ਮੱਖਣ ਗਾਨਿਜ ਸਿਵਰ ਮਝਾਰੀ। ਤੇ ਮੱਖਣ ਸ਼ਾਹ ਆਪਣੇ ਡੇਰੇ ਵਿੱਚ ਆਰਾਮ ਕਰਨ ਚਲਾ ਗਿਆ। ਸਪਤ ਭਏ ਸੁਖ ਨਿਸਾ ਬਿਤਾਈ। ਸੁਖ ਨਾਲ ਵੱਲੇ ਪਿੰਡ ਰਾਤ ਗੁਜ਼ਾਰੀ ਹੈ ਸੌਂ ਕੇ ਸਤਿਗੁਰੂ ਜੀ ਨੇ ਅਤੇ ਭਾਈ ਮੱਖਣ ਸ਼ਾਹ ਨੇ। ਜਾਗੇ ਬਹਰ ਪ੍ਰਾਤ ਹੋਏ ਆਈ। ਅਗਲੇ ਦਿਨ ਅੰਮ੍ਰਿਤ ਵੇਲੇ ਹੀ ਸਤਿਗੁਰੂ ਮਹਾਰਾਜ ਅਤੇ ਬਾਬਾ ਮੱਖਣ ਸ਼ਾਹ ਸਮੇਤ ਸੰਗਤਾਂ ਦੇ ਫੌਜਾਂ ਦੇ ਜਾਗੇ ਹਨ। ਭਏ ਤਿਆਰ ਮਗ ਕਰਨ ਭਿਆਨਾ। ਤੇ ਫਿਰ ਇੱਥੋਂ ਜਾਣ ਦੇ ਲਈ ਤਿਆਰੀ ਕੱਸੀ ਹੈ। ਸੁੰਦਰ ਜੀਨ ਪਵਾਏ ਕੇ ਕਾਨਾ। ਸੋਹਣੇ ਘੋੜਿਆਂ ਤੇ ਕਾਠੀਆਂ ਪਾਈਆਂ ਗਈਆਂ ਹਨ। ਭਏ ਅਰੂੜਨ ਮਾਰਗ ਚਾਲੇ। ਤੇ ਘੋੜਿਆਂ ਤੇ ਸਵਾਰ ਹੋ ਕੇ ਇਹ ਸਾਰਾ ਵਹੀਰ ਬਾਬੇ ਬਕਾਲੇ ਦੇ ਰਾਹ ਪੈ ਗਿਆ ਹੈ। ਪਹੁੰਚੇ ਆਏ ਸੋ ਬੀਚ ਬਕਾਲੇ। ਔਰ ਤੁਰਦੇ ਤੁਰਦੇ ਗੁਰੂ ਕੀ ਨਗਰੀ ਬਾਬਾ ਬਕਾਲਾ ਸਾਹਿਬ ਆ ਗਏ ਹਨ। ਡੇਰਾ ਕਰਤ ਭਏ ਨਿਜ ਧਾਮ। ਤੇ ਬਕਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਘਰ, ਜਿੱਥੇ ਮਾਤਾ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਸਮੇਤ ਕਈ ਸਾਲਾਂ ਤੋਂ ਰਹਿ ਰਹੇ ਸਨ, ਭੌਰੇ 'ਚ ਬਹਿ ਕੇ ਭਾਰੀ ਤਪੱਸਿਆ ਜਿੱਥੇ ਕੀਤੀ ਸੀ, ਉੱਥੋਂ ਫਿਰ ਉੱਥੇ ਰਾਤ ਫਿਰ ਆ ਕੇ ਆਸਣ ਲਾ ਲਏ ਨੇ। ਮਿਲੇ ਮਾਤ ਕੋ ਕੀਨ ਪੁਨਾਮ। ਆਪਣੀ ਮਾਤਾ ਨਾਨਕੀ ਨੂੰ ਮਿਲੇ ਨੇ ਤੇ ਮਾਤਾ ਨੂੰ ਪ੍ਰਣਾਮ ਕੀਤਾ ਹੈ। ਅਨਕ ਬਿਗਨ ਤੇ ਸੁਤ ਬਚ ਗਇਓ। ਮਾਤਾ ਇਸ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹੈ ਵੀ ਇੰਨੇ ਬਿਘਨਾਂ ਤੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਮੇਰੇ ਪੁੱਤਰ ਦੀ ਜਾਨ ਬਚਾ ਲਈ ਹੈ। ਜਾਂ ਤੇ ਅਦਕ ਨੇਹੋ ਉਰ ਪਇਓ। ਹੁਣ ਮਾਤਾ ਦੇ ਮਨ 'ਚ ਹੋਰ ਪ੍ਰੇਮ, ਹੋਰ ਗੁਰੂ ਸਾਹਿਬ ਦੇ ਨਾਲ ਅਟੈਚਮੈਂਟ ਵੱਧ ਗਈ। ਵੈਸੇ ਤਾਂ ਮਾਂ ਦਾ ਦਿਲ ਤਾਂ ਸਦਾ ਹੀ ਪੁੱਤਰਾਂ ਵਾਸਤੇ ਖੁੱਲ੍ਹਾ ਹੀ ਹੁੰਦਾ ਹੈ। ਮਾਂ ਜਿਹੜੀ ਹੈ ਨਾ, ਉਹ ਆਪਣੇ ਪੁੱਤਰਾਂ ਵਾਸਤੇ ਹਮੇਸ਼ਾ ਹੀ ਆਪਣੀ ਔਲਾਦ ਵਾਸਤੇ ਅਸੀਸਾਂ ਹੀ ਦਿੰਦੀ ਹੈ। ਤੇ ਮਾਂ ਜਿਹਾ ਕਣਛਾਵਾਂ ਬੂਟਾ ਜਗ ਤੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ। ਕਹਿੰਦੇ ਮਾਤਾ ਨਾਨਕੀ ਜੀ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਵਾਪਸ ਆਇਆ ਵੇਖ ਕੇ ਬੜੀ ਖੁਸ਼ ਹੋਈ ਹੈ। ਮਿਲ ਕਰ ਮੁਖ ਸਿਰ ਪਰ ਕਰ ਫੇਰਾ। ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਿਰ ਤੇ ਹੱਥ ਫੇਰਿਆ ਹੈ, ਆਪਣੇ ਪੁੱਤਰ ਦਾ ਮੂੰਹ ਚੁੰਮਿਆ, ਮੱਥਾ ਚੁੰਮਿਆ ਹੈ। ਬਾਰ ਬਾਰ ਧਰ ਮੋਦ ਕਨੇਰਾ। ਬੜੀ ਖੁਸ਼ੀ ਨਾਲ ਲਾਡ ਪਿਆਰ ਕਰਦੀ ਹੈ। ਤੈਸੇ ਮੱਖਣ ਉਤਰਿਓ ਆਨ। ਇਹਨੇ ਨੂੰ ਬਾਬਾ ਮੱਖਣ ਸ਼ਾਹ ਵੀ ਆਪਣੀ ਫੌਜ
ਆਪਣੀ ਵਹੀਰ ਸਮੇਤ ਬਕਾਲੇ 'ਚ ਆ ਉਤਰਿਆ ਹੈ। ਡੇਰਾ ਕਰਤ ਭਇਓ ਨਿਜ ਥਾਨ। ਉਹਨੇ ਵੀ ਬਾਹਰ ਖੁੱਲੀ ਥਾਂ ਤੇ ਆਪਣੀ ਛਾਉਣੀ ਪਾ ਦਿੱਤੀ ਹੈ। ਤੰਬੂ ਲੱਗ ਗਏ ਹਨ, ਘੋੜੇ ਬੰਨ੍ਹ ਦਿੱਤੇ ਹਨ, ਗੱਡੇ ਰੇੜੇ ਲੱਗ ਗਏ ਹਨ। ਖਾਨ ਪਾਨ ਕਰ ਕੈ ਸਭ ਭਾਂਤੀ। ਸਭ ਤਰ੍ਹਾਂ ਨਾਲ ਲੰਗਰ ਪ੍ਰਸ਼ਾਦਾ ਛਕ ਕੇ ਖਾਨ ਪਾਨ ਕਰਕੇ ਸਪਤੇ ਤਿਮਰ ਪਰ ਬਿਰਤੇ ਰਾਤੀ। ਔਰ ਬੜੇ ਪ੍ਰੇਮ ਨਾਲ ਰਾਤ ਸੁੱਤੇ ਹਨ। ਜਾਮ ਜਾਮਨੀ ਜਾਗਰਣ ਕਰੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਵਾ ਪਹਿਰ ਰਾਤ ਰਹਿੰਦੀ ਲਗਭਗ 2:30-3 ਵਜੇ ਉੱਠ ਕੇ ਇਸ਼ਨਾਨ ਕਰਦੇ ਸਨ। ਬਿਦਤੇ ਸੋਚ ਸੋ ਮੱਜਨ ਕਰੇ। ਸੋਚ ਇਸ਼ਨਾਨ ਕਰਕੇ ਸਤਿਗੁਰੂ ਮਹਾਰਾਜ ਜੀ ਨਿਤ ਨੇ ਆਪਣਾ ਸਿਮਰਨ ਕਰਦੇ ਪਰਮੇਸ਼ਰ ਦੇ ਵਿੱਚ ਇਕਮਿਕ ਹੋ ਜਾਂਦੇ ਸਨ। ਬਿਦਤੀ ਬਾਤ ਜਹਾ ਕਹਿ ਦੇਸ਼। ਹੁਣ ਸਾਰੇ ਦੇਸ਼ ਦੇ ਵਿੱਚ ਪਿੰਡਾਂ ਸ਼ਹਿਰਾਂ 'ਚ ਮਾਝੇ 'ਚ ਮਾਲਵੇ ਦੁਆਬੇ 'ਚ ਖਬਰਾਂ ਪਹੁੰਚ ਗਈਆਂ ਹਨ ਬਿਦਤ ਭਏ ਸਤਿਗੁਰੂ ਵਿਸ਼ੇਸ਼। ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰੂ ਪ੍ਰਗਟ ਹੋ ਗਏ ਨੇ, ਉਹ ਗੁਰੂ ਬਣ ਗਏ ਨੇ। ਗੁਰੂ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਛੋਟੇ ਪੁੱਤਰ ਨੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਹਨਾਂ ਨੂੰ ਹੀ ਬਾਬਾ ਬਕਾਲਾ ਕਹਿ ਕੇ ਗੁਰਤਾ ਗੱਦੀ ਦਿੱਤੀ ਹੈ। ਮੰਜੀ ਅਪਰ ਸੋਡੀਅਨ ਲਾਈ। ਜਿਹੜੀਆਂ 22 ਮੰਜੀਆਂ ਸੋਢੀਆਂ ਨੇ ਲਾਈਆਂ ਹੋਈਆਂ ਸਨ, ਧੀਰਮਲ ਵਗੈਰਾ ਆਪਣੀਆਂ ਆਪਣੀਆਂ ਗੱਦੀਆਂ ਲਾ ਕੇ ਬਾਬੇ ਬਕਾਲੇ 'ਚ ਬੈਠੇ ਸਨ। ਲੱਜਤ ਹੋਤ ਗਏ ਨਿਜ ਥਾਈ। ਉਹ ਸਾਰੇ 22 ਗੁਰੂ ਮੰਜੀਆਂ ਲਾਉਣ ਵਾਲੇ ਸ਼ਰਮਿੰਦੇ ਹੁੰਦੇ ਹੋਏ ਆਪਣੇ ਆਪਣੇ ਪਿੰਡਾਂ ਨੂੰ ਵਾਪਸ ਚਲੇ ਗਏ ਨੇ। ਉਹਨਾਂ ਦਾ ਦਾਅਵਾ ਝੂਠਾ ਹੋ ਗਿਆ ਹੈ। ਪੂਰੇ ਸਤਿਗੁਰੂ ਅੰਤਰਜਾਮੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੀ ਗੱਦੀ ਦੇ ਅਸਲ ਵਾਰਸ ਸਾਬਤ ਹੋਏ ਹਨ। ਸ੍ਰੀ ਗੁਰੂ ਹਰਗੋਬਿੰਦ ਕੋ ਨੰਦ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਛੋਟੇ ਪੁੱਤਰ ਹਨ। ਗੁਰਤਾ ਗਾਦੀ ਥਰੇ ਬਲੰਦ। ਵੱਡੀ ਮਹਾਨ ਪਵਿੱਤਰ ਗੁਰਤਾ ਗੱਦੀ ਤੇ ਬੈਠੇ ਹਨ। ਕਹਾ ਪਰਸਪਰ ਸਿੱਖ ਪੁਰ ਗ੍ਰਾਮ। ਹੁਣ ਪਿੰਡਾਂ ਸ਼ਹਿਰਾਂ ਨਗਰਾਂ ਦੇ ਸਿੱਖ ਆਪਸ ਵਿੱਚ ਇਸ ਤਰ੍ਹਾਂ ਵਚਨ ਵਿਲਾਸ ਕਰਦੇ ਹਨ। ਸਭ ਵਿਦ ਸਜਸ ਸੁਨਹਿ ਅਬਿਰਾਮ। ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਬਹੁਤ ਹੀ ਚੰਗੇ ਹਨ, ਸੁਭਾਅ ਬੜਾ ਕੋਮਲ ਹੈ, ਮਿੱਠਾ ਹੈ, ਬੈਰਾਗਮਈ ਹੈ ਤੇ ਫਾਲਤੂ ਕਿਸੇ ਨਾਲ ਬਹੁਤਾ ਬਚਨ ਨਹੀਂ ਕਰਦੇ। ਹਰ ਵੇਲੇ ਪਰਮੇਸ਼ਰ ਦਾ ਭਜਨ ਕਰਦੇ ਰਹਿੰਦੇ ਹਨ। ਨਿਕਟ ਕੇ ਦੂਰ ਦਰਸ ਕੇ ਹੇਤ। ਨੇੜੇ ਦੂਰ ਸੰਗਤਾਂ ਦਰਸ਼ਨ ਵਾਸਤੇ ਆਉਂਦੀਆਂ ਹਨ। ਆਵਤ ਗਮਨੇ ਤਜੇ ਨਿਕੇਤ। ਤੇ ਸਿੱਖ ਜਿਹੜੇ ਹਨ ਫਿਰ ਪਿੰਡਾਂ ਚੋਂ ਉੱਠ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਬਾਬੇ ਬਕਾਲੇ ਨੂੰ ਤੁਰ ਪਏ। ਅਨਕ ਅਕੋਰਣ ਕੋ ਲੈ ਆਵਹਿ। ਬੜੀਆਂ ਪ੍ਰੇਮ ਭੇਟਾਵਾਂ ਬੜੇ ਉਪਹਾਰ ਸੰਗਤਾਂ ਲੈ ਕੇ ਆਉਂਦੀਆਂ ਹਨ ਗੁਰੂ ਜੀ ਵਾਸਤੇ। ਗ੍ਰਾਮ ਬਕਾਲੇ ਕੀ ਦਿਸ਼ ਧਾਵਹਿ। ਗੁਰੂ ਗੁਰੂ ਸਾਹਿਬ ਜੀ ਦੇ ਨਗਰ ਬਾਬੇ ਬਕਾਲੇ ਵੱਲ ਸੰਗਤਾਂ ਦਾ ਰੁਖ ਹੋ ਗਿਆ ਹੈ। ਕੋਈ ਗੁਰੂ ਸਾਹਿਬ ਲਈ ਚੰਗਾ ਸ਼ਸਤਰ ਲੈ ਕੇ ਆਉਂਦਾ ਹੈ, ਕੋਈ ਬਸਤਰ, ਕੋਈ ਘੋੜਾ, ਕੋਈ ਮਾਇਆ ਦਾ ਗੱਫਾ ਲੈ ਕੇ ਆਉਂਦਾ ਹੈ। ਜਬ ਬੈਠਾ ਸ਼੍ਰੀ ਤੇਗ ਬਹਾਦਰ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਵਾਨ ਲਾ ਕੇ ਬੈਠਦੇ ਹਨ, ਸੰਗਤ ਆਨ ਖਰੀ ਹੋਏ ਆਦਰ। ਹਜ਼ਾਰਾਂ ਸੰਗਤਾਂ ਆ ਕੇ ਚਰਨਾਂ 'ਚ ਖੜੀਆਂ ਹੋ ਜਾਂਦੀਆਂ, ਆਦਰ ਦੇ ਨਾਲ ਨਮਸਕਾਰ ਕਰਦੀਆਂ ਚਰਨਾਂ ਉੱਤੇ। ਦਰਬ ਆਦ ਬਹੁਤ ਰਹਿ ਅਗਾਰੀ। ਬਹੁਤ ਸਾਰੀ ਮਾਇਆ ਭੇਟਾ ਚੜਾਵਾ ਗੁਰੂ ਸਾਹਿਬ ਦੇ ਅੱਗੇ ਚੜ੍ਹਨਾ ਸ਼ੁਰੂ ਹੋ ਗਿਆ ਹੈ। ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਦਿਨੋਂ ਦਿਨ ਗੁਰੂ ਦੀ ਸੋਭਾ ਮਹਿਮਾ ਵਧਣ ਲੱਗ ਪਈ ਹੈ। ਸੱਚੇ ਪਾਤਸ਼ਾਹ ਦੀ ਸੋਭਾ ਵਡਿਆਈ ਦੇ ਵਿੱਚ ਦਿਨੋਂ ਦਿਨ ਦੁੱਗਣੀ ਚੌਗਣੀ ਤਰੱਕੀ ਹੁੰਦੀ ਜਾਂਦੀ ਹੈ। ਬੰਧਨ ਕਰਹਿ ਭਾਵ ਕੋ ਤਾਰੀ। ਮਹਾਰਾਜ ਉੱਤੇ ਪ੍ਰੇਮ ਸ਼ਰਧਾ ਰੱਖ ਕੇ, ਭਾਵਨਾ ਰੱਖ ਕੇ ਸਿੱਖ ਮੱਥਾ ਟੇਕਦੇ ਹਨ। ਆਵਨ ਲੱਗੀ ਭੇਟ ਚਹੁ ਔਰ। ਚਾਰੇ ਪਾਸਿਓਂ ਸਾਧ ਸੰਗਤ ਜੀ ਸੰਗਤਾਂ ਵੱਲੋਂ ਭੇਟਾਵਾਂ ਆਉਣ ਲੱਗ ਪਈਆਂ ਹਨ। ਮਾਨਹਿ ਸਿੱਖ ਚ ਕਹਿ ਕਰ ਜੋਰ। ਗੁਰੂ ਕੇ ਸਿੱਖ ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ ਤੇ ਹੱਥ ਜੋੜ ਕੇ ਚਰਨਾਂ ਤੇ ਨਮਸਕਾਰ ਕਰਦੇ ਹਨ। ਸੁਨਹਿ ਬਿਲੋ ਕਹਿ ਸੋਢੀ ਸਾਰੇ। ਔਰ ਸੋਢੀ ਸਾਧ ਸੰਗਤ ਜੀ ਵੇਖਦੇ ਹਨ, ਦਰਸ਼ਨ ਕਰਦੇ ਹਨ। ਜਰਹ ਨਹੀਂ ਔਰ ਜਰਹ ਘਟਾਰੇ। ਸੋਢੀ ਵੇਖ ਕੇ ਦੁਖੀ ਹੁੰਦੇ, ਜਰ ਨਹੀਂ ਸਕਦੇ। ਉਹਨਾਂ ਕੋਲੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਤਾਪ ਬਰਦਾਸ਼ਤ ਨਹੀਂ ਹੁੰਦਾ।
ਦਵਾਸ਼ ਉਪਾਵਤ ਕਟ ਬਚ ਕਹੈ। ਉਹ ਜਿਹੜੇ ਸੋਢੀ ਹਨ ਬਾਬੇ ਬਕਾਲੇ ਵਾਲੇ, ਉਹ ਤਾਂ ਬੜੀ ਈਰਖਾ ਕਰਨ ਲੱਗ ਪਏ ਹਨ, ਕੌੜੇ ਬਚਨ ਕਹਿੰਦੇ ਹਨ, ਦਵੈਸ਼ ਕਰਦੇ ਹਨ। ਨਹੀਂ ਮਹਾਤਮ ਗੁਰ ਕੋ ਲਹੈ। ਉਹ ਗੁਰੂ ਸਾਹਿਬ ਦੀ ਮਹਿਮਾ ਨੂੰ ਨਹੀਂ ਜਾਣਦੇ। ਕਿਤਕ ਦਿਵਸ ਰਹਿ ਮੱਖਣ ਸ਼ਾਹੂ। ਕੁਝ ਦਿਨ ਮੱਖਣ ਸ਼ਾਹ ਗੁਰੂ ਸਾਹਿਬ ਦੇ ਕੋਲ ਫਿਰ ਬਾਬੇ ਬਕਾਲੇ ਰਿਹਾ ਹੈ। ਆਪਣੇ ਦੇਸ਼ ਗਮਨ ਕਰ ਚਾਹੂ। ਹੁਣ ਮਹਾਰਾਜ ਕੋਲੋਂ ਆਗਿਆ ਲੈਣੀ ਚਾਹੁੰਦਾ ਹੈ, ਆਪਣੇ ਦੇਸ਼ ਗੁਜਰਾਤ ਕਾਠੀਆਵਾੜ ਨੂੰ ਜਾਣਾ ਚਾਹੁੰਦਾ ਹੈ। ਬਹੁਤ ਦਿਨ ਬਿਤੇ ਛੋਰ ਘਰ ਆਇਓ। ਕਹਿੰਦਾ ਸੱਚੇ ਪਾਤਸ਼ਾਹ ਜੀ, ਬਹੁਤ ਦਿਨ ਹੋ ਗਏ ਨੇ ਆਪ ਜੀ ਦੇ ਦਰਸ਼ਨਾਂ ਲਈ ਆਇਆ ਹਾਂ ਘਰੋਂ, ਕਈ ਮਹੀਨੇ ਹੋ ਗਏ ਨੇ ਚੱਲਿਆ ਹੋਇਆਂ। ਪੁਰੀ ਕਾਮਨਾ ਦਰਸ਼ਨ ਪਾਇਓ। ਆਪ ਜੀ ਦੀ ਕਿਰਪਾ ਹੋਈ ਹੈ, ਮਨੋ ਕਾਮਨਾ ਪੂਰੀ ਹੋ ਗਈ ਹੈ, ਆਪ ਜੀ ਦੇ ਦਰਸ਼ਨ ਹੋ ਗਏ ਨੇ ਸਤਿਗੁਰੂ ਜੀ। ਹਿਰਦਾ ਵਿਚਾਰਤ ਇੱਕ ਦਿਨ ਐਸੇ। ਮਨ ਵਿੱਚ ਵਿਚਾਰ ਕੀਤੀ ਹੈ, ਇੱਕ ਦਿਨ ਇਸ ਤਰ੍ਹਾਂ ਉਸਨੇ ਚਲ ਆਇਓ ਜਹ ਸਤਿਗੁਰ ਬੈਸੇ। ਗੁਰੂ ਸਾਹਿਬ ਕੋਲ ਆ ਕੇ ਬੈਠ ਗਿਆ, ਜਿੱਥੇ ਸਤਿਗੁਰੂ ਜੀ ਬਿਰਾਜੇ ਹੋਏ ਸਨ, ਬੈਠੇ ਹੋਏ ਸਨ। ਨਿਮਰ ਹੋਏ ਕਰ ਬੰਧਨ ਠਾਨੀ। ਬੜੀ ਨਿਮਰਤਾ ਨਾਲ ਮੱਖਣ ਸ਼ਾਹ ਨੇ ਚਰਨਾਂ 'ਚ ਮੱਥਾ ਟੇਕਿਆ। ਪ੍ਰੇਮ ਜਨਾਵਤ ਬੋਲਿਓ ਬਾਣੀ। ਔਰ ਸਤਿਗੁਰੂ ਜੀ ਨੂੰ ਪ੍ਰੇਮ ਦੇ ਨਾਲ ਬਾਬਾ ਮੱਖਣ ਸ਼ਾਹ ਇਉਂ ਕਹਿੰਦਾ ਹੈ, ਦੂਰ ਅਦਕ ਤੇ ਮੈਂ ਚਲ ਆਇਓ। ਏ ਸੱਚੇ ਪਾਤਸ਼ਾਹ, ਮੈਂ ਦੂਰ ਦੇਸ਼ ਤੋਂ ਆਇਆ ਸੀ। ਪਾਛਤ ਰਾਵਰ ਦਰਸ਼ਨ ਪਾਇਓ। ਆਪ ਜੀ ਦੇ ਦਰਸ਼ਨਾਂ ਦੀ ਇੱਛਾ ਸੀ, ਉਹ ਪ੍ਰਾਪਤ ਹੋ ਗਏ ਹਨ। ਭਇਓ ਕਿਰਤਾਰਥ ਅਬ ਸਭ ਭਾਂਤੀ। ਆਪ ਜੀ ਦੀ ਕਿਰਪਾ ਹੋਈ ਹੈ, ਮੈਂ ਹਰ ਤਰ੍ਹਾਂ ਨਾਲ ਕਿਰਤਾਰਥ ਹੋ ਗਿਆ, ਮੈਂ ਸੰਤੁਸ਼ਟ ਹੋ ਗਿਆ ਹਾਂ। ਹਤ ਸੰਸੈ ਪਾ ਸੀਤਲ ਛਾਤੀ। ਮੇਰੀ ਛਾਤੀ ਠੰਡੀ ਹੈ, ਮੇਰੇ ਸਾਰੇ ਸੰਸੇ ਮਿਟ ਗਏ ਨੇ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨਸ ਓਏ ਆਏ। ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਆਪ ਦੇ ਦਰਸ਼ਨ ਕਰਕੇ ਮਹਾਰਾਜ ਮੇਰਾ ਤਨ ਮਨ ਠੰਡਾ ਹੋ ਗਿਆ ਹੈ। ਚਿਰੰਕਾਲ ਪਾ ਤਜੇ ਨਿਕੇਤ। ਹੇ ਸਤਿਗੁਰੂ ਜੀ, ਘਰ ਛੱਡਿਆਂ ਬਹੁਤ ਚਿਰ ਹੋ ਗਿਆ ਹੈ। ਚੱਲਿਓ ਚਾਹਤ ਤੁਮ ਨਾਮ ਸਮੇਤ। ਹੁਣ ਮਹਾਰਾਜ ਤੁਹਾਡਾ ਨਾਮ ਲੈ ਕੇ ਮੈਂ ਆਪਣੇ ਘਰ ਨੂੰ ਜਾਣਾ ਚਾਹੁੰਦਾ ਹਾਂ। ਬਸ ਇੱਕੋ ਹੀ ਕਿਰਪਾ ਕਰਿਆ ਜੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਮੇਰੀ ਰਸਨਾ ਤੋਂ ਗੁਰੂ ਦਾ ਮੰਤਰ ਚੱਲਦਾ ਹੀ ਰਵੇ। ਵਾਹਿਗੁਰੂ 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 ਦਿਨ ਰਾਤ ਜਪਦਾ ਰਵਾਂ। ਮਹਾਰਾਜ ਕਦੀ ਵਿਸਰੇ ਨਾ, ਆਪ ਜੀ ਦਾ ਸਿਮਰਨ ਕਰਦਾ ਰਵਾਂ, ਇਹੀ ਅਰਦਾਸ ਕਰਦਾ ਹਾਂ। ਸੁਣ ਸਤ ਗੁਰ ਕਹਿ ਸਹਿਜ ਸੁਭਾਏ। ਬਾਬੇ ਮੱਖਣ ਸ਼ਾਹ ਦੀ ਬੇਨਤੀ ਸੁਣ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੋਲੇ ਹਨ, ਹਮ ਤੇ ਭੀ ਇਤ ਬਸਿਓ ਨਾ ਜਾਏ। ਮਹਾਰਾਜ ਕਹਿੰਦੇ ਮੱਖਣ ਸ਼ਾਹ, ਸਾਥੋਂ ਵੀ ਇਸ ਬਕਾਲੇ ਪਿੰਡ 'ਚ ਰਿਹਾ ਨਹੀਂ ਜਾਂਦਾ, ਸਾਡਾ ਵੀ ਇੱਥੇ ਜੀ ਨਹੀਂ ਲੱਗਦਾ। ਕਿਉਂ? ਇੱਥੋਂ ਦੇ ਲੋਕ ਜਿਹੜੇ ਸਾਡੇ ਨਾਲ ਈਰਖਾ ਕਰਨ ਲੱਗ ਪਏ ਆ। ਕਿਉਂਕਿ ਮਹਾਰਾਜ ਪਹਿਲਾਂ ਜਿੰਨੇ ਸਾਲ ਬਾਬੇ ਬਕਾਲੇ ਰਹੇ ਨੇ, ਲਗਭਗ 26-27 ਸਾਲ, ਉਹ ਸਾਧ ਸੰਗਤ ਜੀ ਉੱਥੇ ਮਹਾਰਾਜ ਇਕਾਂਤ ਹੀ ਰਹੇ ਨੇ, ਕਿਸੇ ਨਾਲ ਬਹੁਤਾ ਵਰਤਾਰਾ ਰੱਖਿਆ ਹੀ ਨਹੀਂ, ਲੈਣ ਦੇਣ, ਕਿਸੇ ਨਾਲ ਮਿਲਣਾ ਗਿਲਣਾ, ਲੋਕਾਂ ਦੇ ਘਰਾਂ 'ਚ ਜਾਣਾ ਆਉਣਾ, ਵਿਆਹ ਸ਼ਾਦੀ, ਗਮ ਖੁਸ਼ੀ ਗਮੀ। ਲੋਕ ਤਾਂ ਇਹ ਚਾਹੁੰਦੇ ਆ ਵੀ ਸਾਡੇ ਪਿੱਛੇ ਪਿੱਛੇ ਫਿਰੇ ਬੰਦਾ, ਤੇ ਜੇ ਕੋਈ ਆਪਣੇ ਰੰਗ 'ਚ ਹੋਵੇ ਤੇ ਆਂਢੀ ਗੁਆਂਢੀ ਵੇਖ ਕੇ ਸੜਦੇ ਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੱਥੋਂ ਦੇ ਲੋਕ ਹੁਣ ਸਾਨੂੰ ਚੰਗਾ ਨਹੀਂ ਸਮਝਣਗੇ। ਤਜਹ ਦੇਸ਼ ਹੋਏ ਤਦਰਬ ਪਾਰ। ਅਸੀਂ ਲੱਗਦਾ ਹੈ ਮਾਝਾ ਤੇ ਦੁਆਬਾ ਛੱਡ ਕੇ ਤੇ ਪੁਆਧ ਦੇਸ਼ ਨੂੰ ਚਲੇ ਜਾਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਕੱਲ੍ਹ ਸਾਧ ਸੰਗਤ ਜੀ ਮਾਝਾ ਮਾਲਵਾ ਦੁਆਬਾ ਪੰਜਾਬ ਸਮਝਦੇ ਆ, ਪਰ ਨਹੀਂ। ਪੰਜਾਬ ਦੇ ਵਿੱਚ ਮਾਝਾ ਮਾਲਵਾ ਦੁਆਬਾ ਪੁਆਧ ਲੰਮਾ ਦੇਸ਼ ਨੱਕਾ ਦੇਸ਼ ਬਹੁਤ ਸਾਰੇ ਇਲਾਕੇ ਸੀਗੇ। ਕੁਝ ਪਾਕਿਸਤਾਨ ਵਿੱਚ ਚਲੇ ਗਏ ਤੇ ਪੁਆਧ ਅੱਧੇ ਨਾਲੋਂ ਜ਼ਿਆਦਾ ਹਰਿਆਣੇ ਵਿੱਚ ਚਲਾ ਗਿਆ। ਸੋ ਉਹ ਜਿਹੜਾ ਚੰਡੀਗੜ੍ਹ ਦਾ ਇਲਾਕਾ ਹੈ, ਖਰੜ ਮੋਹਾਲੀ ਨੈਣਾ ਦੇਵੀ ਤੱਕ, ਨੰਗਲ ਤੱਕ, ਅਨੰਦਪੁਰ ਸਾਹਿਬ, ਰੋਪੜ, ਚਮਕੌਰ ਸਾਹਿਬ, ਖੰਨਾ, ਪਟਿਆਲਾ, ਰਾਜਪੁਰਾ, ਅੰਬਾਲਾ, ਭੇਵਾ ਜਾਂ ਕੁਰਸ਼ੇਤਰ ਤੱਕ, ਇਹਨੂੰ ਕਹਿੰਦੇ ਆ ਪੁਆਧ ਦੇਸ਼। ਸੋ ਪੁਆਧ ਦੇਸ਼ ਦੇ ਵਿੱਚ ਚਲੇ ਜਾਈਏ। ਸਤਿਗੁਰੂ ਕਹਿੰਦੇ ਸਤਲੁਜ ਵੀ ਟੱਪ ਜਾਈਏ। ਕਹੋ ਕਰਹਿਗੇ ਆਪਨ ਅਗਾਰ। ਉੱਥੇ ਜਾ ਕੇ ਆਪਣਾ ਘਰ ਬਣਾ ਲਾਂਗੇ, ਕਿਤੇ
ਕੋਈ ਚੰਗੀ ਜਗ੍ਹਾ ਦੇਖ ਕੇ ਆਪਣਾ ਡੇਰਾ ਲਾ ਲਾਂਗੇ। ਅਸੀਂ ਹੁਣ ਮਾਝੇ 'ਚ ਨਹੀਂ ਰਹਿਣਾ। ਮਤ ਸਰ ਇਹਾ ਕਰਤ ਹੈ ਘਨੇ, ਇੱਥੇ ਲੋਕ ਸਾਡੇ ਨਾਲ ਬਹੁਤ ਈਰਖਾ ਕਰਨ ਲੱਗ ਪਏ ਹਨ। ਅਸ ਨਾ ਹੋਏ ਕੋ ਜਾਵਹਿ ਹਨੇ, ਕਿਤੇ ਐਸਾ ਨਾ ਹੋਵੇ ਵੀ ਕੋਈ ਲੜਾਈ ਝਗੜਾ ਹੋ ਜਾਵੇ, ਕੋਈ ਮਾਰਾ ਬਕਾਰਾ ਹੋ ਜਾਵੇ। ਕਲਾ ਕਲੇਸ਼ ਤੋਂ ਅਸੀਂ ਕੀ ਲੈਣਾ? ਸਾਧੂ ਸੰਤਾਂ ਮਹਾਂਪੁਰਸ਼ਾਂ ਨੂੰ ਲੜਾਈ ਤੋਂ ਕੀ ਲੈਣਾ? ਭਜਨ ਬੰਦਗੀ ਕਰਨੀ ਹੈ ਤੇ ਲੜਾਈ ਚਲੋ ਧਰਮ ਵਾਸਤੇ ਹੋਵੇ, ਕਿਸੇ ਦੁਸ਼ਮਣ ਨਾਲ ਤਾਂ ਵੱਖਰੀ ਗੱਲ ਹੈ। ਆਪਣਿਆਂ ਦੀਆਂ ਪੱਗਾਂ ਲਾਈਏ ਤੇ ਆਪਣੇ ਨੂੰ ਡਾਂਗਾ ਸੋਟੇ ਮਾਰੀਏ, ਇਹ ਕਿੱਧਰ ਦੀ ਸਿੱਖੀ ਹੋਈ? ਮਹਾਰਾਜ ਕਹਿੰਦੇ ਅਸੀਂ ਆਪਣਿਆਂ ਤੇ ਨਹੀਂ ਵਾਰ ਕਰਨਾ। ਸੋਢੀ ਨੇ ਸਾਡੇ ਚਾਚੇ ਤਾਏ ਭਤੀਜੇ, ਇਹਨਾਂ ਨਾਲ ਅਸੀਂ ਲੜਾਂਗੇ, ਚੰਗੇ ਨਹੀਂ ਲੱਗਾਂਗੇ। ਜਹਾਂ ਸ਼ਾਂਤ ਹੋਏ ਬਿਨਾ ਬਖੇਰੇ, ਉੱਥੇ ਜਾ ਕੇ ਰਵਾਂਗੇ ਜਿੱਥੇ ਬਖੇੜਾ ਝਗੜਾ ਨਾ ਹੋਵੇ, ਸ਼ਾਂਤੀ ਹੋਵੇ। ਇਹਨਾਂ ਸ਼ਰੀਕਾਂ ਤੋਂ ਦੂਰ ਹੋ ਜਾਈਏ, ਤਹਾ ਕੁਸ਼ਲ ਹੋਏ ਬਸਬੇ ਕੇਰੇ। ਉੱਥੇ ਆਰਾਮ ਨਾਲ ਰਹਿ ਲਵਾਂਗੇ ਜਿਹੜੇ ਸਮਾਂ ਮਹਾਰਾਜ ਪਰਮੇਸ਼ਰ ਨੇ ਜ਼ਿੰਦਗੀ ਦਾ ਬਖਸ਼ਿਆ ਹੈ। ਸ਼੍ਰੀ ਹਰਿ ਕ੍ਰਿਸ਼ਨ ਬਾਖ ਕੇ ਕਹੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਬਚਨਾਂ ਦੇ ਮੁਤਾਬਕ ਗ੍ਰਾਮ ਬਕਾਲੇ ਗੁਰਤਾ ਲਹੇ। ਅਸੀਂ ਬਕਾਲੇ ਪਿੰਡ 'ਚ ਬੈਠੇ, ਗੁਰਤਾ ਗੱਦੀ ਮਿਲ ਗਈ। ਉਹਨਾਂ ਨੇ ਸਾਨੂੰ ਬਚਨ ਕਰਤਾ, ਸੱਚੇ ਪਾਤਸ਼ਾਹ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਬਾਬਾ ਬਕਾਲੇ। ਅਸੀਂ ਇੱਥੇ ਬੈਠੇ ਸੀ, ਜੋਤ ਸਾਡੇ 'ਚ ਆ ਗਈ, ਅਸੀਂ ਗੁਰਤਾ ਗੱਦੀ ਤੇ ਬੈਠ ਗਏ। ਜਾਂ ਤੇ ਇਹਾ ਬਸਨ ਸਭ ਚਾਹ, ਇੱਥੇ ਹੁਣ ਸਾਰਿਆਂ ਨੇ, ਹੋਰਾਂ ਨੇ ਵੀ ਵਸਣਾ ਚਾਹਣਾ। ਜਿਹੜੇ ਕੱਚੇ ਗੁਰੂ ਨੇ ਨਾ, ਉਹ ਵੀ ਚਾਹਣਗੇ ਵੀ ਬਕਾਲੇ 'ਚ ਰਹੀਏ ਤੇ ਸਾਡੀ ਮਾਨਤਾ ਬਣੇਗੀ। ਹਾਂਜੀ, ਵਧਹ ਦ્વੈਸ਼ਪਨ ਆਪਸ ਮਾਹ। ਤੇ ਜੇ ਅਸੀਂ ਵੀ ਇੱਥੇ ਰਵਾਂਗੇ, ਨਕਲੀ ਗੁਰੂਆਂ ਨਾਲ ਸਾਡਾ ਝਗੜਾ ਰਹੇਗਾ, ਦ્વੈਸ਼ ਵਧੀ ਰਹੇਗੀ। ਉਹ ਈਰਖਾ ਕਰਨਗੇ ਵੀ ਇਹ ਕਿਉਂ ਇੱਥੇ ਬੈਠੇ। ਅਸੀਂ ਇੱਥੋਂ ਚਲੇ ਗਏ, ਆਪੇ ਪਿੱਛੋਂ ਹੌਲੇ ਹੌਲੇ ਜੋ ਕਰਦੇ ਕਰੀ ਜਾਣ। ਅਸੀਂ ਇਹਨਾਂ ਤੋਂ ਕੀ ਲੈਣਾ, ਕੀ ਦੇਣਾ। ਹਾਂਜੀ, ਅੱਗੇ ਧੀਰ ਮਲ ਬਹੁ ਕੀਨ। ਅੱਗੇ ਧੀਰਮਲ ਨੇ ਦੇਖੋ ਸਾਡੇ ਤੇ 2 ਵਾਰੀ ਗੋਲੀ ਚਲਾਈ ਹੈ ਤੇ ਸਾਡਾ ਵਿਰੋਧ ਕਰਦਾ ਹੈ ਤਾਂ ਸਾਡਾ ਸਕਾ ਭਤੀਜਾ, ਪਰ ਉਹਨੇ ਇੱਥੋਂ ਤੱਕ ਸਾਡੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ। ਕਹਾ ਲਾਭ ਹੋਇ ਉਹ ਦੁਖ ਪੀਨ। ਉਹਨੂੰ ਕੀ ਮਿਲਿਆ ਹੈ? ਦੁੱਖ ਹੀ ਮਿਲਿਆ ਹੈ। ਸ਼ਰਮਿੰਦਾ ਹੁੰਦਾ, ਲੋਕਾਂ ਨੂੰ ਮੂੰਹ ਨਹੀਂ ਦਿਖਾ ਸਕਿਆ ਤੇ ਰਾਤੋਂ ਰਾਤ ਇੱਥੋਂ ਭੱਜ ਗਿਆ ਹੈ ਧੀਰਮਲ। ਇਮ ਕਹਿ ਸ਼੍ਰੀ ਸਤਿਗੁਰ ਪੇ ਤਿਆਰ। ਇਸ ਤਰ੍ਹਾਂ ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਵੀ ਬਕਾਲੇ ਤੋਂ ਤਿਆਰ ਹੋ ਗਏ। ਮੱਖਣ ਸ਼ਾਹ ਤੇ ਚੱਲਿਆ ਸੀ, ਮਹਾਰਾਜ ਕਹਿੰਦੇ ਅਸੀਂ ਵੀ ਚੱਲਦੇ, ਅਸੀਂ ਇੱਥੇ ਨਹੀਂ ਰਹਿਣਾ। ਬਿਆਸ ਪਾਰ ਕਰਾਂਗੇ ਤੇ ਫਿਰ ਦੁਆਬਾ ਦੇਸ਼ ਛੱਡ ਕੇ ਸਤਲੁਜ ਵੀ ਪਾਰ ਕਰਕੇ ਕਿਤੇ ਪੁਆਧ ਦੇ ਵਿੱਚ ਜਾ ਕੇ ਕੀਰਤਪੁਰ ਸਾਹਿਬ ਵਾਲੇ ਪਾਸੇ ਵੇਖਾਂਗੇ ਕੋਈ ਟਿਕਾਣਾ। ਹਾਂਜੀ, ਜਨਨੀ ਸੋ ਤਬ ਕੀਨ ਉਚਾਰ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਮਾਤਾ ਜੀ ਮਾਤਾ ਨਾਨਕੀ ਜੀ ਨੂੰ ਕਹਿਣ ਲੱਗੇ, ਅਪਰ ਗ੍ਰਾਮ ਬਸਬੋ ਅਬ ਬਨ। ਇਹ ਮਾਤਾ ਜੀ, ਆਪਾਂ ਇੱਥੋਂ ਚੱਲੀਏ, ਕਿਸੇ ਹੋਰ ਪਿੰਡ ਚੱਲ ਕੇ ਵਸੀਏ। ਦ્વੈਸ਼ੀ ਦ્વੈਸ਼ ਕਰਤ ਇਤ ਕਨ। ਇੱਥੇ ਲੋਕ ਬੜੀ ਈਰਖਾ ਕਰਦੇ ਨੇ, ਦ્વੈਸ਼ ਕਰਦੇ ਨੇ ਸਾਡੇ ਨਾਲ। ਇਤਿਆਦਿਕ ਕਹਿ ਕੈ ਸੰਗ ਮਾਤ। ਇਸ ਤਰ੍ਹਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਮਾਤਾ ਮਾਤਾ ਨਾਨਕੀ ਜੀ ਨੂੰ ਕਹਿੰਦੇ ਹਨ। ਸੁਪਤੇ ਸਤਿਗੁਰ ਬੀਤੀ ਸੋ ਰਾਤ। ਰਾਤ ਬੀਤ ਗਈ ਆ, ਰਾਤ ਸੌਂ ਕੇ ਗੁਜ਼ਾਰੀ ਆ। ਰਾਤ ਕਹਿ ਦਿੱਤਾ ਮਾਤਾ ਜੀ ਨੂੰ ਵੀ ਆਪਾਂ ਸਵੇਰੇ ਚੱਲਣਾ ਹੈ। ਮੱਖਣ ਸ਼ਾਹ ਨੇ ਤਾਂ ਤਿਆਰੀ ਕਰਨੀ ਆ, ਸਵੇਰੇ ਆਪਾਂ ਵੀ ਕਰ ਲੈਣੀ ਹੈ। ਹਾਂਜੀ, ਭਈ ਪ੍ਰਭਾਤ ਸੋਚ ਸਭ ਕੀਨ। ਜਦੋਂ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠੇ, ਸੋਚ ਇਸ਼ਨਾਨ ਕੀਤਾ ਹੈ ਮੱਜਨ ਕਰਿਓ ਪਹਿਰ ਪਟ ਲੀਨ। ਔਰ ਇਸ਼ਨਾਨ ਕਰਕੇ ਬਸਤਰ ਪਹਿਨੇ ਹਨ। ਮਾਤ ਨਾਨਕੀ ਲਖ ਸਭ ਬਾਤ। ਮਾਤਾ ਨਾਨਕੀ ਜੀ ਨੇ ਸਾਰੀ ਵਾਰਤਾ ਜਾਣ ਕੇ ਵੀ ਠੀਕ ਹੈ, ਜੋ ਕਹਿੰਦੇ ਹਨ ਉਹ ਮੰਨੀਏ। ਲਹਿ ਰਹਿ ਬੇਕੀ ਮਰਜ਼ੀ ਤਾਤ। ਕਿ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਥੇ ਰਹਿਣ ਦੀ ਹੁਣ ਮਰਜ਼ੀ ਨਹੀਂ, ਹੁਣ ਇੱਥੇ ਰਹਿਣਾ ਨਹੀਂ ਚਾਹੁੰਦੇ। ਘਰ ਕੀ ਵਸਤ ਸਰਬ ਸੰਭਾਈ। ਮਾਤਾ ਨਾਨਕੀ ਜੀ ਨੇ ਘਰ ਦਾ ਸਾਰਾ ਸਮਾਨ ਗੱਡਿਆਂ ਰੇੜਿਆਂ ਤੇ ਲਦਵਾ ਲਿਆ ਹੈ। ਚਿਰੰਕਾਲ ਕੀ ਬਸਤ ਜੋ ਹਾਈ। ਜੋ ਇੰਨੇ ਸਾਲਾਂ ਤੋਂ ਬਕਾਲੇ ਪਿੰਡ 'ਚ ਰਹਿੰਦੇ ਸੀ, ਘਰ ਬਣਿਆ ਹੋਇਆ ਸੀ, ਘਰ 'ਚ ਨਿੱਕਾ ਮੋਟਾ ਸਭ ਤਰ੍ਹਾਂ ਦਾ ਸਮਾਨ ਹੁੰਦਾ ਹੈ। ਸਾਰੀਆਂ ਚੀਜ਼ਾਂ ਲੋੜੀਂਦੀਆਂ ਹੁੰਦੀਆਂ ਨੇ। ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ, ਘਰ ਬਦਲਣਾ ਬੜਾ ਔਖਾ ਹੁੰਦਾ ਹੈ। ਪਰ ਹੁਣ ਸਮਾਂ ਹੀ ਐਸਾ ਬਣ ਗਿਆ, ਬਕਾਲੇ ਪਿੰਡ ਤੋਂ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਨਾਨਕੀ, ਮਾਤਾ ਗੁਜਰੀ, ਇਹ ਸਦਾ ਲਈ ਪੱਕੇ ਤੌਰ ਤੇ ਹੀ ਸਦਾ ਲਈ ਪਿੰਡ ਦਾ ਤਿਆਗ ਕਰਨ ਲੱਗੇ ਹਨ। ਨਹਿ ਚਿਤ ਚਹਤ ਤਿਆਗ ਬੇ ਗ੍ਰਾਮੂ। ਮਾਤਾ ਨਾਨਕੀ ਦਾ ਜੀ ਨਹੀਂ ਸੀ ਕਰਦਾ, ਕਿਉਂਕਿ ਇੰਨੇ ਸਾਲਾਂ ਤੋਂ ਇੱਥੇ ਬੈਠੇ ਸੀਗੇ, ਇਸ ਪਿੰਡ ਵਿੱਚ ਰਹਿ ਰਹੇ ਸੀ।
ਹੁਣ ਜੀ ਲੱਗ ਗਿਆ ਸੀ ਉੱਥੇ, ਜ਼ਿੰਦਗੀ ਲੰਘ ਚੱਲੀ ਸੀ ਤੇ ਮਾਤਾ ਨੂੰ ਹੁਣ ਤੁਰਨਾ ਪਿਆ ਹੈ। ਪਤ ਪਾਛੇਬਾ ਸੀ ਕਰ ਧਾਮੂ। ਜਦੋਂ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ, ਉਸ ਤੋਂ ਬਾਅਦ ਤੇ ਮਾਤਾ ਜੀ ਪੱਕੇ ਤੌਰ ਤੇ ਹੀ ਬਕਾਲੇ ਆ ਗਏ ਸਨ, ਕੀਰਤਪੁਰ ਤੋਂ ਚੱਲ ਕੇ। ਤਉ ਜਾਨ ਸਭ ਰੀਤ ਲਚਾਰੀ। ਉਹ ਇੰਨੇ ਸਾਲਾਂ ਦਾ ਹੁਣ ਇਹ ਪਿੰਡ ਆਪਣਾ ਘਰ-ਬਾਰ ਬਣਿਆ, ਛੱਡਣਾ ਪੈ ਗਿਆ, ਪਰ ਬੇਵਸੀ ਹੈ, ਲਾਚਾਰੀ ਹੈ, ਹੁਣ ਕੀ ਕੀਤਾ ਜਾ ਸਕਦਾ ਹੈ। ਵਸਤ ਸੰਭਾਰਤ ਦ੍ਰਿਗ ਚਲ ਡਾਰੀ। ਆਪਣੇ ਘਰ ਦਾ ਸਮਾਨ ਸਾਂਭਦੀ ਹੋਈ ਮਾਤਾ ਨਾਨਕੀ ਆਪਣੀਆਂ ਅੱਖਾਂ 'ਚੋਂ ਹੰਝੂ ਸਿੱਟਣ ਲੱਗ ਪਈ। ਕਿਉਂ? ਜਿੱਥੇ ਰਹੇ ਹੋਈਏ ਇੰਨੇ ਸਾਲ, ਉਹ ਜਗ੍ਹਾ ਛੱਡਣ ਨੂੰ ਜੀ ਨਹੀਂ ਕਰਦਾ, ਮਨ ਨਹੀਂ ਕਰਦਾ। ਜ਼ੀਨ ਤਰੰਗਨ ਪਰ ਸ਼ਬ ਪਾਏ। ਘੋੜਿਆਂ ਤੇ ਕਾਠੀਆਂ ਪਾ ਲਈਆਂ ਮੱਖਣ ਤਿਆਰ ਭਇਓ ਸਹਸਾਏ। ਤੇ ਮੱਖਣ ਸ਼ਾਹ ਸਾਧ ਸੰਗਤ ਜੀ ਨਾਲ ਆਪਣੇ ਘੋੜਿਆਂ ਨੂੰ ਕਾਠੀਆਂ ਪਾ ਕੇ ਤਿਆਰ ਹੋ ਪਿਆ। ਸਭ ਦਾਸਨ ਸੋ ਕੀਨ ਉਚਾਰੀ। ਸਾਰੇ ਨੌਕਰਾਂ ਨੂੰ ਕਹਿਣ ਲੱਗਾ, ਅਨਹ ਸਗਰੀ ਵਸਤ ਸੰਭਾਰੀ। ਵੀ ਸਾਰਾ ਸਮਾਨ ਸੰਭਾਲ ਕੇ ਲੈ ਕੇ ਆਓ, ਗੱਡਿਆਂ ਰੇੜਿਆਂ ਤੇ ਲੱਦ ਕੇ। ਗੁਰ ਕਰ ਕੀ ਅਰ ਆਪਣੀ ਜੇਤੀ। ਗੁਰੂ ਘਰ ਦਾ ਜਿੰਨਾ ਸਮਾਨ ਹੈ ਤੇ ਜਿਹੜਾ ਆਪਣਾ ਸਮਾਨ ਹੈ, ਲੈ ਕਰ ਆਵਹ ਬੇਗ ਸਮੇਤੀ। ਉਹ ਭਾਈ ਲੱਦ ਕੇ ਲਿਆਓ। ਮਾਤਾ ਜੀ ਨੂੰ ਨਹੀਂ ਕੰਮ ਕਰਨ ਦਿੱਤਾ, ਬਸ ਮਾਤਾ ਤਾਂ ਦੱਸਦੀ ਰਹੀ ਵੀ ਆਹ ਸਮਾਨ ਬੰਨ ਲਓ, ਆਹ ਸਮਾਨ। ਤੇ ਮੱਖਣ ਸ਼ਾਹ ਦੇ ਨੌਕਰ ਹੀ ਸਾਰਾ ਕੰਮ ਕਰਦੇ ਰਹੇ। ਇਮ ਕਹਿ ਆਨ ਮਿਲਿਓ ਗੁਰ ਸੰਗ। ਤੇ ਮੱਖਣ ਸ਼ਾਹ ਤਿਆਰ ਬਰ ਤਿਆਰ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਗਿਆ। ਕੀਨ ਸੰਬੰਧਨ ਉਤਰ ਤਰੰਗ। ਘੋੜੇ ਤੋਂ ਉਤਰ ਕੇ ਮਹਾਰਾਜ ਨੂੰ ਮੱਥਾ ਟੇਕਿਆ। ਹਾਥ ਜੋੜ ਕਰ ਗਿਰਾ ਉਚਾਰੀ। ਬਾਬੇ ਮੱਖਣ ਸ਼ਾਹ ਨੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਚੜ੍ਹੋ ਆਪ ਨਹਿ ਕਰਹੁ ਅਵਾਰੀ। ਇਹ ਸਤਿਗੁਰੂ ਜੀ ਆਪ ਜੀ ਤਿਆਰ ਬਰ ਤਿਆਰ ਹੋਵੋ ਤੇ ਚੱਲੋ ਹੁਣ ਸਵਾਰੀ ਤੇ ਬਿਰਾਜਮਾਨ ਹੋਵੋ, ਆਪਾਂ ਚੱਲੀਏ ਇੱਥੋਂ। ਸਲਤਾ ਤਰਨੀ ਪਰ ਚੜ ਤਰਨੀ। ਆਪਾਂ ਇਹ ਜਿਹੜੀ ਨਦੀ ਹੈ ਬਿਆਸਾ, ਇਹਦੇ 'ਚ ਆਪਾਂ ਬੇੜੀਆਂ ਦੇ ਪੁਲ ਰਾਹੀਂ, ਬੇੜੀਆਂ ਰਾਹੀਂ ਪਾਰ ਕਰਾਂਗੇ, ਕਿਸ਼ਤੀਆਂ ਦੇ ਰਾਹੀਂ। ਮਿਲ ਹੈ ਆਏ ਸਭ ਵਸਤ ਸੰਭਾਰਨੀ। ਤੇ ਪਿੱਛੋਂ ਸਾਰੇ ਆ ਕੇ ਸਮਾਨ ਲੈ ਕੇ ਆ ਜਾਣਗੇ, ਵੱਡੇ ਵੱਡੇ ਬੇੜਿਆਂ ਤੇ ਰੱਖ ਕੇ ਸਾਰਾ ਸਮਾਨ ਆਪਾਂ ਦਰਿਆ ਤੋਂ ਪਾਰ ਦੁਆਬੇ ਦੇਸ਼ 'ਚ ਚੱਲ ਵੜਾਂਗੇ। ਸੁਨ ਸ਼੍ਰੀ ਤੇਗ ਬਹਾਦਰ ਚੰਦ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬੇ ਮੱਖਣ ਸ਼ਾਹ ਦੀ ਬੇਨਤੀ ਸੁਣ ਕੇ ਕਹਿ ਬੜਵਾ ਮੰਗਵਾਏ ਬਿਲੰਦ। ਬੜੀ ਬਲੀ ਸੁੰਦਰ ਘੋੜੀ ਮੰਗਵਾਈ ਹੈ, ਸੱਜਦ ਜ਼ੀਨ ਜੁਤ ਲੈ ਕਰ ਆਵਾ। ਜਿਹਦੇ ਉੱਤੇ ਬੜੀ ਸੋਹਣੀ ਸੁੰਦਰ ਕਾਠੀ ਪਾਈ ਹੈ, ਬੜੀ ਸ਼ਿੰਗਾਰੀ ਹੋਈ ਘੋੜੀ ਹੈ। ਅੱਗੇ ਖਰੋ ਦਾਸ ਦ੍ਰਿਸ਼ਟਾਵਾ। ਸੇਵਾਦਾਰ ਘੋੜੀ ਲੈ ਕੇ ਹਾਜ਼ਰ ਹੋ ਗਿਆ ਤੇ ਸਤਿਗੁਰੂ ਜੀ ਦੇ ਸਾਹਮਣੇ ਦਾਸ ਨੇ ਜਦੋਂ ਘੋੜੀ ਹਾਜ਼ਰ ਕੀਤੀ, ਸ਼੍ਰੀ ਨਾਨਕ ਕੋ ਤਬ ਹੈ ਮਨਾਏ। ਉਸ ਵੇਲੇ ਮਹਾਰਾਜ ਨੇ ਅਰਦਾਸਾ ਸੋਧਿਆ, ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ਹੈ। ਉੱਠ ਸ਼੍ਰੀ ਤੇਗ ਬਹਾਦਰ ਰਾਏ। ਗੁਰੂ ਅੱਠਾਂ ਪਾਤਸ਼ਾਹੀਆਂ ਦਾ ਨਾਮ ਲੈ ਕੇ ਅਰਦਾਸਾ ਸੋਧ ਕੇ ਲੈ ਮੱਖਣ ਕੋ ਆਪਣੇ ਸੰਗ। ਮੱਖਣ ਸ਼ਾਹ ਨੂੰ ਆਪਣੇ ਨਾਲ ਲੈ ਕੇ ਚੜੇ ਤਰੰਗਨ ਪਰ ਸ਼ਬ ਰੰਗ। ਸ੍ਰੀ ਗੁਰੂ ਤੇਗ ਬਹਾਦਰ ਸੋਹਣੀ ਘੋੜੀ ਤੇ ਸਵਾਰ ਹੋ ਗਏ। ਦਾਸ ਛੋਰ ਤਬ ਗਹਾਈ। ਦਾਸ ਜਿਹੜੇ ਸਨ ਉਹਨਾਂ ਕੋਲੋਂ ਵਾਗਾਂ ਛੁਡਾ ਕੇ ਆਪਣੇ ਹੱਥ 'ਚ ਫੜ ਲਈਆਂ। ਮਾਰਗ ਗਮਨ ਕੀਨ ਅਗਵਾਈ। ਤੇ ਇਸ ਤਰ੍ਹਾਂ ਸਤਿਗੁਰੂ ਜੀ ਤੁਰ ਪਏ ਹਨ ਘੋੜੀਆਂ ਤੇ ਬੈਠ ਕੇ। ਪਾਛੇ ਮੱਖਣ ਚੜ ਕਰ ਪਿਆਨਾ। ਸਤਿਗੁਰੂ ਅੱਗੇ ਤੇ ਮੱਖਣ ਸ਼ਾਹ ਪਿੱਛੇ ਸਵਾਰ ਹੋਇਆ ਤੇ ਚੱਲ ਪਏ ਨੇ। ਸੰਗ ਕਿਤਕ ਅਸਵਾਰ ਸੋ ਜਾਨਾ। ਕੁਝ ਸ਼ਸਤਰ ਧਾਰੀ ਫੌਜੀ ਯੋਧੇ ਬਾਬੇ ਮੱਖਣ ਸ਼ਾਹ ਦੇ ਘੋੜ ਸਵਾਰ ਨਾਲ ਨੇ। ਸ਼੍ਰੀ ਗੁਜਰੀ ਕੋ ਭਰਾਤਾ ਅਹੈ। ਮਾਤਾ ਗੁਜਰੀ ਜੀ ਦੇ ਭਾਈ ਸਾਹਿਬ ਜੀ ਨਾਮ ਕਿਰਪਾਲ ਤਸੀ ਕੋ ਕਹੈ। ਜਿਨ੍ਹਾਂ ਦਾ ਨਾਮ ਮਾਮਾ ਕਿਰਪਾਲ ਚੰਦ ਜੀ ਹੈ। ਦੋ ਭਾਈ ਸਨ ਮਾਤਾ ਗੁਜਰੀ ਦੇ, ਮਾਮਾ ਕਿਰਪਾਲ ਚੰਦ ਜੀ, ਮਾਮਾ ਮੇਹਰ ਚੰਦ ਜੀ। ਮਾਮਾ ਮੇਹਰ ਚੰਦ ਜੀ ਅੰਬਾਲੇ ਦੇ ਲਾਗੇ ਲਖਨੌਰ ਪਿੰਡ ਵਿੱਚ ਰਹਿੰਦੇ ਸਨ, ਜਿੱਥੇ ਅੱਜ ਵੀ ਮਹਾਰਾਜ ਦਾ ਬੜਾ ਵੱਡਾ ਗੁਰਦੁਆਰਾ ਲਖਨੌਰ ਸਾਹਿਬ ਹੈ। ਸਤਿਗੁਰੂ ਜੀ ਦੀਆਂ ਯਾਦਾਂ ਉੱਥੇ ਬਹੁਤ ਸਾਂਭੀਆਂ ਪਈਆਂ। ਮਾਤਾ ਗੁਜਰੀ ਜੀ ਦਾ ਫੋਲਡਿੰਗ ਪਲੰਗ ਹੈ ਉਸ ਜ਼ਮਾਨੇ ਦਾ, ਅੱਜ ਵੀ ਦਰਸ਼ਨ ਕਰ ਸਕਦੀਆਂ ਸੰਗਤਾਂ। ਸ਼ਸਤਰ ਹਨ ਕਲਗੀਧਰ ਪਾਤਸ਼ਾਹ ਦੇ, ਗੁਰੂ ਗੋਬਿੰਦ ਸਿੰਘ ਜੀ ਦਾ ਪਲੰਘਾ ਹੈ। ਬਹੁਤ ਸੋਹਣੀਆਂ ਸੁੰਦਰ ਲੱਕੜ ਦੀਆਂ ਪਰਾਤਾਂ ਉੱਥੇ ਮਾਤਾ ਜੀ ਦੀ ਯਾਦ ਪਈ ਹੋਈ ਹੈ। ਸੋ ਇਹ ਮੇਹਰ ਚੰਦ ਜਿਹੜਾ ਸੀ, ਇਹ ਤਾਂ ਬਹੁਤ ਸਮਾਂ ਪਹਿਲਾਂ ਜਦੋਂ ਕਰਤਾਰਪੁਰ ਜੰਗ ਹੋਇਆ ਸੀ, ਉਦੋਂ ਇਹ ਬਾਬਾ ਲਾਲ ਚੰਦ ਜੀ ਤੇ ਬਾਬਾ ਮੇਹਰ ਚੰਦ ਪਿਓ ਪੁੱਤਰ ਮਾਤਾ ਗੁਜਰੀ ਦਾ ਪਰਿਵਾਰ ਪੇਕਾ ਲਖਨੌਰ ਸਾਹਿਬ ਜਾ ਵਸਿਆ ਸੀ। ਤੇ ਜਿਹੜੇ ਸਨ ਬਾਬਾ ਕਿਰਪਾਲ ਚੰਦ ਜੀ, ਉਹ 6ਵੇਂ ਪਾਤਸ਼ਾਹ ਦੀ ਫੌਜ ਵਿੱਚ ਸਨ, ਯੋਧੇ ਸਨ ਬੜੇ।
ਤੋ ਮਾਮਾ ਕਿਰਪਾਲ ਚੰਦ ਵੀ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆ ਗਏ ਨੇ ਤੇ ਉਹਨਾਂ ਨੇ ਗੁਰੂ ਦੀ ਫੌਜ ਦੀ ਫਿਰ ਕਮਾਨ ਸੰਭਾਲ ਲਈ ਹੈ। ਸੋ ਤਰੰਗ ਪਰ ਹੋਏ ਅਸਵਾਰ। ਮਾਮਾ ਕਿਰਪਾਲ ਚੰਦ ਜੀ ਸਤਿਗੁਰੂ ਜੀ ਦੇ ਨਾਲ ਘੋੜੇ ਤੇ ਸਵਾਰ ਹੋਏ ਨੇ। ਕੀਨਸ ਤਿਆਰੀ ਗੁਰ ਕੀ ਲਾਰ। ਗੁਰੂ ਸਾਹਿਬ ਜੀ ਦਾ ਵਹੀਰ ਤਿਆਰ ਹੋ ਗਿਆ ਹੈ, ਘੋੜਿਆਂ ਤੇ ਕਾਠੀਆਂ ਪੈ ਗਈਆਂ ਨੇ। ਅਪਰ ਦਾਸ ਕੇ ਤਕ ਸੰਗ ਹੋਏ। ਹੋਰ ਕੁਝ ਦਾਸ ਸੇਵਾਦਾਰ ਨਾਲ ਹਨ। ਕੇਤਕ ਵਸਤ ਸੰਭਾਲਿਤ ਜੋਏ। ਔਰ ਕੁਝ ਵਸਤੂਆਂ ਆਪੋ ਆਪਣੀਆਂ ਸੰਭਾਲ ਕੇ ਗੱਡਿਆਂ ਰੇੜਿਆਂ ਤੇ ਲੱਦ ਕੇ ਆ ਰਹੇ ਨੇ ਪਿੱਛੋਂ। ਸਨੇ ਸਨੇ ਸ੍ਰੀ ਸਤਿਗੁਰ ਚਾਲੇ। ਸਹਿਜੇ ਸਹਿਜੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਚੱਲ ਪਏ ਨੇ। ਪਰਿਓ ਬਹੀਰ ਦਾਸ ਬਹੁ ਨਾਲੇ। ਨਾਲ ਬਹੁਤ ਸਾਰੇ ਸੇਵਾਦਾਰ ਦਾਸ ਟਹਿਲੂਏ ਵਹੀਰ ਸਮੇਤ। ਇੱਕ ਆਗੇ ਇੱਕ ਪਾਛਾ ਆਏ। ਇੱਕ ਅੱਗੇ ਇੱਕ ਪਿੱਛੇ ਏਦਾਂ ਲਾਰਾ ਲੱਗਾ ਹੋਇਆ, ਵਹੀਰ ਤੁਰਿਆ ਜਾਂਦਾ। ਮਹਾਰਾਜ ਦੀ ਘੋੜੀ ਅੱਗੇ ਬੜੀ ਸੁੰਦਰ ਹੈ, ਨਾਲ ਬਾਬਾ ਮੱਖਣ ਸ਼ਾਹ ਜਾ ਰਹੇ ਨੇ ਤੇ ਪਿੱਛੇ ਉਹਨਾਂ ਦੀ ਫੌਜਾਂ ਹਨ। ਗਮਨੇ ਇਮ ਔਰ ਸ਼ੋਕ ਉਪਾਏ। ਮਨ ਦੇ ਵਿੱਚ ਗੁਰੂ ਸਾਹਿਬ ਦੇ ਵੀ ਅੱਜ ਥੋੜਾ ਵੈਰਾਗ ਹੈ ਵੀ ਮਾਝੇ ਦੀ ਧਰਤੀ ਛੱਡ ਚੱਲੇ ਆ, ਜਿੱਥੇ ਅਸੀਂ ਜੰਮੇ ਪਲੇ ਸੀ ਉਹ ਧਰਤੀ ਛੱਡ ਕੇ ਤੇ ਅੱਜ ਦੂਜੇ ਧਰਤੀ ਨੂੰ ਜਾ ਰਹੇ ਹਾਂ। ਮਾਝੇ ਦੀ ਧਰਤੀ ਤੇ ਗੁਰੂ ਸਾਹਿਬ ਦਾ ਜਨਮ ਹੋਇਆ ਸੀ, ਗੁਰੂ ਤੇਗ ਬਹਾਦਰ ਸਾਹਿਬ ਦਾ, ਪਰ ਹੁਣ ਦੁਆਬੇ ਨੂੰ ਤੇ ਦੁਆਬੇ ਤੋਂ ਅੱਗੇ ਪੁਆਧ ਦੇਸ਼ ਨੂੰ ਜਾਣ ਦੀ ਤਿਆਰੀ ਕਰ ਲਈ ਹੈ। ਹਿਰਦਾ ਵਿਚਾਰ ਹੈ ਗੁਰਤਾ ਗਾਦੀ। ਤੇ ਮਨ 'ਚ ਵਿਚਾਰ ਕਰਦੇ ਸਤਿਗੁਰੂ ਜੀ ਵੀ ਜੋ ਗੁਰਤਾ ਗੱਦੀ ਹੈ। ਭਈ ਬਿਦਤ ਸਿੱਖਿਆਨ ਅਹਲਾਦੀ। ਵੀ ਇਹ ਸਿੱਖਾਂ ਵਿੱਚ ਹੁਣ ਪ੍ਰਗਟ ਹੋ ਗਈ, ਸਾਨੂੰ ਸਾਰਿਆਂ ਨੇ ਹੁਣ ਗੁਰੂ ਮੰਨਣਾ ਹੈ। ਤਉ ਸ਼ਰੀਕਾ ਸੋਢੀ ਕਰ। ਸੰਗਤਾਂ ਤੇ ਸਾਨੂੰ ਗੁਰੂ ਮੰਨਣਗੀਆਂ, ਪਰ ਸ਼ਰੀਕ ਜਿਹੜੇ ਹਨ ਸੋਢੀ ਇਹ ਸਾਡੇ ਨਾਲ ਸ਼ਰੀਕਾ ਕਰਨਗੇ, ਈਰਖਾ ਰੱਖਣਗੇ। ਨਾਹਕ ਬੈਰ ਪਰਸਪਰ ਧਰ। ਇਹ ਬਿਨਾਂ ਮਤਲਬ ਦੇ ਬਿਨਾਂ ਪ੍ਰਯੋਜਨ ਦੇ ਵੈਰ ਰੱਖਣਗੇ, ਮਨ ਦੇ ਵਿੱਚ ਖੋਟ ਰੱਖਣਗੇ। ਇਹ ਬੜ ਖੋਟ ਤੇਤ ਦੁਖ ਭਾਰੀ। ਇਹ ਦਿਲ ਦੇ ਖੋਟੇ ਹਨ, ਮਨ ਵਿੱਚ ਇਹਨਾਂ ਦੇ ਵੈਰ ਵਿਰੋਧ ਹੈ। ਇਹਨਾਂ ਨੂੰ ਸਾਡੇ ਵੱਲ ਵੇਖ ਕੇ ਬੜੀ ਜਲਸ ਹੁੰਦੀ, ਈਰਖਾ ਹੁੰਦੀ ਹੈ। ਬਸਤ ਬਕਾਲੇ ਗ੍ਰਾਮ ਮਜਾਰੀ। ਜੇ ਅਸੀਂ ਇੱਥੇ ਰਹਿੰਦੇ, ਸਾਡਾ ਤਾਂ ਦਿਲ ਲੱਗਾ ਹੋਇਆ ਸੀ, ਪਰ ਇਹਨਾਂ ਲੋਕਾਂ ਦੀ ਕਰਤੂਤ ਕਰਕੇ ਹੁਣ ਸਾਨੂੰ ਜਾਣਾ ਪੈਣਾ। ਜੇ ਇੱਥੇ ਰਵਾਂਗੇ ਤੇ ਇਹ ਲੋਕ ਸਾਨੂੰ ਪਰੇਸ਼ਾਨ ਕਰਨਗੇ। ਫੇਰ ਬੈਰ ਕੋ ਛੋੜਨ ਕਰਿਓ। ਹਾਂ, ਇਹਨਾਂ ਦਾ ਵੈਰ ਵਿਰੋਧ ਵੇਖ ਕੇ ਅੱਜ ਆਪਣੀ ਨਗਰੀ ਛੱਡ ਤੁਰੇ ਹਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਅਪਰ ਥਾਨ ਬਸ ਬੇਚਿਤ ਧਰਿਓ। ਕਿਸੇ ਹੋਰ ਥਾਂ ਜਾ ਕੇ ਜਿੱਥੇ ਰੱਬ ਲੈ ਜਾਏਗਾ ਉੱਥੇ ਡੇਰਾ ਲਾਵਾਂਗੇ। ਕਿਸ ਕੋ ਸੁਧ ਕਿਸ ਥਲ ਚਲ ਆ ਜਾਵੇ। ਹਾਂ, ਇਹ ਵੀ ਹੁਣ ਕਿਸੇ ਨੂੰ ਨਹੀਂ ਪਤਾ ਕਿੱਥੇ ਜਾਣਾ। ਅਗਲੀ ਰੱਬ ਦੇ ਉੱਤੇ ਡੋਰੀ ਸੁੱਟ ਦਿੱਤੀ ਹੈ, ਕਿੱਧਰ ਵਾਹਿਗੁਰੂ ਲੈ ਜਾਏਗਾ, ਕਿਹੜੀ ਧਰਤੀ ਤੇ ਜਾ ਕੇ ਰਵਾਂਗੇ। ਕਹਾ ਥਿਰ ਹੈ ਨਿਜ ਗ੍ਰਾਮ ਬਸਾਵੇ। ਸੰਗਤਾਂ ਵੀ ਹੈਰਾਨ ਹਨ ਵੀ ਗੁਰੂ ਸਾਹਿਬ ਕਿੱਥੇ ਰੁਕਣਗੇ ਤੇ ਕਿੱਥੇ ਆਪਣਾ ਪਿੰਡ ਵਸਾਣਗੇ। ਇਤਿਆਦਿਕ ਗਿਣਤੀ ਮਹਦਾਸ। ਇਸ ਤਰ੍ਹਾਂ ਸੇਵਾਦਾਰ ਨੌਕਰ ਜਿਹੜੇ ਨੇ ਆਪਣੇ ਮਨਾਂ ਵਿੱਚ ਵਿਚਾਰੇ ਗਿਣਤੀਆਂ ਗਿਣ ਰਹੇ ਨੇ, ਸੋਚਾਂ ਸੋਚ ਰਹੇ ਨੇ। ਗਮਨੇ ਸੰਗ ਸੋਹਰੇ ਦੇ ਉਦਾਸ। ਮਨ ਦੇ ਵਿੱਚ ਬੜੇ ਉਦਾਸ ਨੇ ਗੁਰੂ ਕੇ ਸਿੱਖ। ਗੁਰੂ ਸਾਹਿਬ ਦੇ ਪਿੱਛੇ ਪਿੱਛੇ ਘੋੜਿਆਂ ਤੇ ਗੱਡਿਆਂ ਤੇ ਰੇੜਿਆਂ ਤੇ ਪੈਦਲ ਤੁਰੇ ਆਉਂਦੇ ਨੇ। ਸ੍ਰੀ ਗੁਰੂ ਤੇਗ ਬਹਾਦਰ ਚੱਲੇ। ਸਤਿਗੁਰੂ ਤੇਗ ਬਹਾਦਰ ਨਾਮ ਨੌਵੇਂ ਪਾਤਸ਼ਾਹ ਜੀ ਮਹਾਰਾਜ ਮਾਝੇ ਦੇਸ਼ ਤੋਂ ਚੱਲ ਪਏ ਨੇ। ਮੱਖਣ ਸੰਗ ਸੁਪਟ ਗਨ ਭਲੇ। ਨਾਲ ਬਾਬੇ ਮੱਖਣ ਸ਼ਾਹ ਦੀਆਂ 500 ਘੋੜਸਵਾਰ ਫੌਜਾਂ ਹਨ। ਕੁਛ ਮਗ ਉਲੰਘਤ ਪਹੁੰਚੇ ਆਏ। 2-4 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਨਦੀ ਬਿਪਾਸਾ ਚੱਲ ਜਿਸ ਥਾਏ। ਦਰਿਆ ਬਿਆਸਾ ਦੇ ਕੰਢੇ ਤੇ ਆ ਗਏ ਨੇ, ਜਿੱਥੇ ਬਿਆਸ ਰੇਲਵੇ ਸਟੇਸ਼ਨ ਹੈ। ਬਿਆਸ ਨਾਮ ਦਾ ਇੱਕ ਸ਼ਹਿਰ ਹੈ, ਉੱਥੇ ਸਾਧ ਸੰਗਤ ਜੀ ਹੁਣ ਤਾਂ ਅੰਗਰੇਜ਼ਾਂ ਦੇ ਸਮੇਂ ਤੋਂ ਪੁਲ ਬਣ ਗਿਆ ਨਾ ਪੱਕਾ GT ਰੋਡ ਦਾ। ਪਹਿਲਾਂ ਪੱਤਣ ਹੁੰਦਾ ਸੀ ਦਰਿਆ ਦਾ, ਉਹ ਪੱਤਣ ਤੇ ਆ ਗਏ ਨੇ ਸਤਿਗੁਰੂ ਜੀ। ਤਰਣੀ ਪਰ ਚੜ ਕੇ ਤਟ ਪਾਰ। ਤੇ ਕਿਸ਼ਤੀ ਤੇ ਸਵਾਰ ਹੋ ਕੇ ਪਾਰ ਹੋਣਾ ਹੈ, ਬੇੜੀਆਂ ਤੇ ਬਹਿ ਕੇ। ਫੇਰੀ ਚਲ ਹੈ ਬਿਮਲ ਬਹੁ ਬਾਰ। ਕਹਿੰਦੇ ਨਿਰਮਲ ਸਵੱਛ ਨੀਲਾ ਪਾਣੀ ਬਿਆਸਾ ਦਾ ਚੱਲਦਾ। ਅੱਜ ਕੱਲ ਤਾਂ ਨਦੀਆਂ ਵਿੱਚ ਲੋਕਾਂ ਨੇ ਫੈਕਟਰੀਆਂ ਦਾ ਪਾਣੀ ਪਾ ਕੇ ਨਦੀਆਂ ਖਰਾਬ ਕਰਤੀਆਂ, ਤੇ ਪਹਿਲਾਂ ਇਹ ਨਦੀਆਂ ਦੀ ਪੂਜਾ ਹੁੰਦੀ ਸੀ, ਇਹਨਾਂ ਦੇ ਉੱਤੇ ਲੋਕ ਸਤਿਕਾਰ ਕਰਦੇ ਸੀ। ਬਿਆਸਾ ਤਾਂ ਬਹੁਤ ਹੀ ਮਹਾਨ ਪਵਿੱਤਰ ਦਰਿਆ ਮੰਨਿਆ ਗਿਆ। ਜਦੋਂ ਵੇਦ ਵਿਆਸ ਜੀ ਵਸ਼ਿਸ਼ਟ ਮੁਨੀ ਨੇ ਕਹਿੰਦੇ ਆਪਣੇ ਗਲ ਦੇ ਵਿੱਚ ਫਾਈ ਪਾ ਕੇ ਤੇ ਛਾਲ ਮਾਰੀ ਸੀ ਦਰਿਆ 'ਚ ਸੁਸਾਈਡ ਕਰਨ ਵਾਸਤੇ। ਵਸ਼ਿਸ਼ਟ ਮੁਨੀ ਦੇ 100 ਪੁੱਤਰ ਵਿਸ਼ਵਾਮਿੱਤਰ ਨੇ ਮਾਰ ਦਿੱਤੇ ਸੀਗੇ,
ਤੇ ਉਹ ਆਪਣੇ ਜਦੋਂ ਪਤਾ ਲੱਗਾ ਵੀ ਮੇਰੇ ਪੁੱਤਰ ਮਾਰਦੇ ਆ, ਵਸ਼ਿਸ਼ਟ ਮੁਨੀ ਜੀ ਨੇ ਛਾਲ ਮਾਰੀ ਪਹਿਲਾਂ ਤਾਂ ਸਤਲੁਜ ਦਰਿਆ ਵਿੱਚ, ਉਹਦੀਆਂ 100 ਧਾਰਾ ਹੋ ਗਈਆਂ, ਪਾਣੀ 100 ਹਿੱਸਿਆਂ 'ਚ ਵੰਡਿਆ ਗਿਆ, ਰਿਸ਼ੀ ਨੂੰ ਨਹੀਂ ਡੋਬਿਆ, ਕਿਉਂਕਿ ਦਰਿਆ ਵੀ ਸੋਚਦੇ ਸਨ ਵੀ ਜਿਹੜੇ ਏਡੇ ਪੜ੍ਹੇ ਲਿਖੇ ਵਿਦਵਾਨ ਲੋਕ ਨੇ ਜੇ ਮਰ ਜਾਣਗੇ ਤਾਂ ਦੇਸ਼ ਨੂੰ ਬੜਾ ਘਾਟਾ ਪਵੇਗਾ, ਕਿਉਂਕਿ ਵਿਦਵਾਨ ਜਿਹੜੇ ਨੇ ਉਹ ਕੌਮ ਦੀ ਜ਼ਿੰਦਗੀ ਹੁੰਦੇ ਨੇ। ਇਹ ਗੱਲ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਅਕਾਲ ਚਲਾਣੇ ਤੇ ਖਾਲਸਾ ਸਮਾਚਾਰ ਵਿੱਚ ਛਪੀ ਸੀ। ਲੇਖ ਸੀਗਾ ਆਲਮੁਲ ਮੌਤ ਮੌਤ ਏ ਕੁਲ ਆਲਮ, ਫਾਰਸੀ ਦੀ ਕਹਾਵਤ ਹੈ। ਆਲਮੁਲ ਮੌਤ, ਵਿਦਵਾਨ ਦੀ ਮੌਤ ਪੂਰੇ ਦੇਸ਼ ਦੀ ਮੌਤ ਹੁੰਦੀ ਹੈ। ਸੋ ਕਹਿੰਦੇ ਦਰਿਆ ਨੇ ਡੋਬਿਆ ਨਹੀਂ ਸੀ, ਪਰ ਪੁੱਤਰਾਂ ਦਾ ਮੋਹ, ਉਸਨੇ ਜਾ ਕੇ ਦੂਜੇ ਦਰਿਆ 'ਚ ਛਾਲ ਮਾਰਤੀ, ਗਲ 'ਚ ਫਾਹੀ ਪਾ ਕੇ ਵੀ ਮੈਂ ਨਿਕਲ ਨਾ ਸਕਾਂ। ਬਿਆਸਾ ਦਰਿਆ ਨੇ ਉਹਦੀ ਫਾਹੀ ਕੱਟ ਦਿੱਤੀ। ਬੇਪਾਸਾ ਨਾਮ ਹੈ ਇਹਦਾ, ਪਾਸਾ ਕਹਿੰਦੇ ਨੇ ਫਾਂਸੀ ਨੂੰ ਜਿਹੜੀ ਗਲ 'ਚ ਪਾਉਂਦੇ, ਮੈਨੇ ਕੱਟ ਦਿੱਤੀ। ਉੱਥੋਂ ਫਿਰ ਇਹਨੂੰ ਹੌਲੇ ਹੌਲੇ ਪੰਜਾਬੀ 'ਚ ਆਪਾਂ ਬਿਆਸ ਕਹਿਣ ਲੱਗ ਪਏ, ਅਸਲੀ ਨਾਮ ਹੈ ਬਿਪਾਸ, ਜਿਸ ਨੇ ਗਲ ਦੀ ਫਾਹੀ ਕੱਟੀ ਸੀ ਬਿਆਸ ਵਸ਼ਿਸ਼ਟ ਮੁਨੀ ਦੇ। ਸੋ ਇਸ ਦਰਿਆ ਦੇ ਕੰਢੇ ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਬਿਰਾਜੇ ਹਨ, ਖੜੇ ਹਨ। ਨੌਕਾ ਨਹੀਂ ਨਿਕਟ ਕੋ ਆਈ, ਪਰ ਸਤਿਗੁਰੂ ਜੀ ਜਦੋਂ ਆਏ ਨੇ ਉਹ ਕਿਸ਼ਤੀ ਕੋਈ ਨਹੀਂ ਆਈ। ਬੇੜੀਆਂ ਦਾ ਪੁਲ ਜਿਹੜਾ ਬਣਨਾ ਸੀ, ਜਬੇੜੀਆਂ ਵਾਲੇ ਕਿਤੇ ਦੂਰ ਗਏ ਸਨ, ਸਵੇਰ ਦਾ ਟਾਈਮ, ਬੇੜੀਆਂ ਵਾਲੇ ਅਜੇ ਆਏ ਨਹੀਂ ਸਨ। ਇਮ ਬਿਲੋਕ ਠਾਡੇ ਤਿਸ ਥਾਈ, ਮਹਾਰਾਜ ਇਹ ਸੋਚ ਕੇ ਉੱਥੇ ਖੜ ਗਏ ਹਨ ਕੁਝ ਸਮੇਂ ਲਈ। ਅੱਜ ਕੱਲ੍ਹ ਉੱਥੇ ਗੁਰਦੁਆਰਾ ਸ੍ਰੀ ਅਮਾਨਤਸਰ ਸਾਹਿਬ, ਮਹਾਂਪੁਰਸ਼ ਬਾਬਾ ਬਿਸ਼ਨ ਸਿੰਘ ਜੀ, ਨਿਹੰਗ ਸਿੰਘ ਬਾਬੇ ਬਕਾਲੇ ਵਾਲੇ ਮਹਾਂਪੁਰਸ਼ਾਂ ਨੇ ਉਹ ਗੁਰਦੁਆਰਾ ਬਹੁਤ ਸੁੰਦਰ, ਬਹੁਤ ਵੱਡਾ ਬਣਾਇਆ ਹੋਇਆ। ਪਹਿਲਾਂ ਉੱਥੇ ਛੋਟਾ ਜਿਹਾ ਸਥਾਨ ਹੁੰਦਾ ਸੀਗਾ, ਕਮਰਾ ਹੀ ਹੁੰਦਾ ਸੀ, ਹੁਣ ਤਾਂ ਪ੍ਰਕਾਸ਼ ਬਹੁਤ ਵੱਡੇ ਸਥਾਨ 'ਤੇ ਹੈ। ਸੋ ਉੱਥੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਾ ਖੜੇ ਹਨ। ਸਾਥ ਪਾਛਲੋ ਆਵਤ ਚਾਲਾ, ਨਾਲੇ ਪਿਛਲਾ ਸਾਥ ਆ ਜਾਵੇਗਾ, ਜਿਹੜੇ ਪਿੱਛੇ ਵਹੀਰ ਗੱਡਿਆਂ ਤੇ ਰੇੜਿਆਂ ਤੇ ਆ ਰਹੇ ਨੇ ਉਹ ਆ ਜਾਣਗੇ, ਤੇ ਨਾਲੇ ਇੱਥੇ ਬੇੜੀਆਂ ਵਾਲੇ ਮਲਾਹ ਵੀ ਆ ਜਾਣਗੇ। ਹਾਂਜੀ, ਕਰਤ ਬਿਲੋਕਨ ਖਰੇ ਕਿਰਪਾਲਾ, ਸਤਿਗੁਰੂ ਉੱਥੇ ਖੜ ਕੇ ਦੇਖ ਰਹੇ ਨੇ। ਇਤਨੇ ਨੂੰ ਪਿਛਲਾ ਵਹੀਰ ਆਇਆ ਤੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਰਿਆ ਤੋਂ ਪਾਰ ਹੋਏ, ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।